ਨਮਸਕਾਰ ਦਰਸ਼ਕਾਂ ਤੇ ਸੁਚੇਤ ਸਰੋਤਾ ਜਨਾਂ ਦਾ ਅੱਜ ਦੇ ਨਿਰਭਉ ਨਿਰਵੈਰ ਪ੍ਰੋਗਰਾਮ ਦੇ ਵਿੱਚ ਨਿੱਘਾ ਸਵਾਗਤ ਹੈ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਇਸ ਪ੍ਰੋਗਰਾਮ ਰਾਹੀਂ ਆਪ ਨੂੰ ਪਾਵਨ ਹੋਲਾ ਮਹੱਲਾ ਦਿਵਸ ਦੀ ਲੱਖ ਲੱਖ ਵਧਾਈ ਪੇਸ਼ ਕਰਦੇ ਹਾਂ। ਜਿਹੜਾ ਹੋਲਾ ਮਹੱਲਾ ਖਾਲਸੇ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਔਰ ਗੁਰੂ ਸਾਹਿਬ ਨੇ ਇੱਕਦਮ ਨਵਾਂ ਆयाम ਦੇ ਕੇ ਜਿਹੜੀਆਂ ਪਰੰਪਰਾਵਾਂ ਸਨ ਉਹਨਾਂ ਦੇ ਅਰਥ ਬਦਲ ਦਿੱਤੇ, ਉਹਨਾਂ ਦੇ ਮਕਸਦ ਬਦਲ ਦਿੱਤੇ, ਉਹਨਾਂ ਨੂੰ ਰੂਹਾਨੀਅਤ ਅਤੇ ਦੁਨਿਆਵੀ ਚੀਜ਼ਾਂ ਨੂੰ ਇਕੱਤਰ ਕਰਕੇ ਇੱਕ ਨਵੀਂ ਚੀਜ਼ ਪੇਸ਼ ਕੀਤੀ ਜਿਹੜੀ ਆਉਣ ਵਾਲੇ ਇਤਿਹਾਸ ਨੂੰ ਜਿਸ ਨੇ ਬਦਲ ਕੇ ਰੱਖ ਦਿੱਤਾ। ਉਸ ਦੇ ਬਾਰੇ ਥੋੜ੍ਹੀ ਜਿਹੀ ਤੁਹਾਡੇ ਨਾਲ ਗੱਲਬਾਤ ਕਰਾਂਗੇ, ਪਰ ਸ਼ੁਰੂ ਦੇ ਵਿੱਚ ਕੁਝ ਸੁਰਖੀਆਂ ਲਵਾਂਗੇ ਔਰ ਇੱਕ ਜਿਹੜੀ ਬੜੀ ਹੀ ਮੰਦਭਾਗੀ ਘਟਨਾ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਵਾਪਰੀ ਹੈ। ਦਿਨ ਦਿਹਾੜੇ ਇੱਕ ਨੌਜਵਾਨ ਦੀ ਨਾ ਕੇਵਲ ਉਸ ਦੇ ਨਾਲ ਮਾਰ ਕੁਟਾਈ ਕੀਤੀ ਗਈ ਬਲਕਿ ਭੀੜ ਵੱਲੋਂ, ਔਰ ਸਭ ਤੋਂ ਅਫਸੋਸਨਾਕ ਗੱਲ ਹੈ ਕਿ ਬੜੀ ਵੱਡੀ ਗਿਣਤੀ ਦੇ ਵਿੱਚ ਲੋਕ ਮੂਕ ਦਰਸ਼ਕ ਬਣੇ ਰਹੇ ਔਰ ਖਾਸ ਕਰਕੇ ਪੁਲਿਸ ਵਾਲੇ ਉਹਨਾਂ ਦੀ ਮੌਜੂਦਗੀ ਦੇ ਵਿੱਚ ਇਹ ਸਾਰਾ ਕਾਰਾ ਵਾਪਰਿਆ ਹੈ। ਅਗਰ ਅੰਮ੍ਰਿਤਸਰ ਦੇ ਵਿੱਚ ਇਸ ਤਰੀਕੇ ਦੇ ਨਾਲ ਹੋ ਸਕਦਾ ਹੈ ਤਾਂ ਫਿਰ ਹੋਰ ਕਿਹੜੀ ਜਗ੍ਹਾ ਸੁਰੱਖਿਅਤ ਕਹੀ ਜਾ ਸਕਦੀ ਹੈ ਜਿੱਥੇ ਸਾਡਾ ਕਿਰਦਾਰ, ਸਾਡੀ ਪਛਾਣ ਸੁਰੱਖਿਅਤ ਰਹੇ। ਇਹਨਾਂ ਸਾਰਿਆਂ ਬਾਰੇ ਅਸੀਂ ਤੁਹਾਡੇ ਨਾਲ ਜ਼ਰੂਰ ਗੱਲਬਾਤ ਕਰਾਂਗੇ ਔਰ ਵਿਸਥਾਰ ਸਹਿਤ, ਔਰ ਸਾਡੀ ਕੋਸ਼ਿਸ਼ ਹੋਏਗੀ ਅਸੀਂ ਆਪਣੇ ਵਿਸ਼ੇਸ਼ ਮਹਿਮਾਨ ਨੂੰ ਅੰਮ੍ਰਿਤਸਰ ਸਾਹਿਬ ਤੋਂ ਲੈ ਸਕੀਏ, ਪਰ ਇੱਕ ਛੋਟੇ ਜਿਹੇ ਵਕਫੇ ਦੇ ਬਾਅਦ। Are you in deportation? Do you have a complex immigration matter? Has your immigration case been denied? For all your complex immigration matters, including family-based immigration, employment-based immigration, deportation, citizenships, battered spouses, call Gahey and Associates at 718-263-5999 for a free initial consultation. Over the years, we've helped many people in getting the green cards. Would you like to have your green card? Call Gahey and Associates now. ਵਕਫੇ ਦੇ ਬਾਅਦ ਹਾਜ਼ਰ ਹਾਂ। ਸ਼ੁਰੂ ਦੇ ਵਿੱਚ ਅਸੀਂ ਜਿਹੜੀਆਂ ਸੁਰਖੀਆਂ ਦੀ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦੇ ਹਾਂ ਉਹਨਾਂ ਦੇ ਵਿੱਚ ਇਸ ਵੇਲੇ ਮੌਸਮ ਹੈ ਚੋਣਾਂ ਦਾ, ਔਰ ਇਹ ਜਿਹੜੀਆਂ ਚੋਣਾਂ ਹਿੰਦੁਸਤਾਨ ਦੇ ਵਿੱਚ ਹੋ ਰਹੀਆਂ ਹਨ, ਪੂਰੇ ਭਾਰਤ ਦੇ ਵਿੱਚ ਹੋ ਰਹੀਆਂ ਹਨ, ਨਵੀਂ ਪਾਰਲੀਮੈਂਟ ਬਣਾਉਣ ਦੀ, ਨਵੀਂ ਭਾਰਤ ਸਰਕਾਰ ਨੂੰ ਚੁਣਨ ਦੇ ਲਈ ਸ਼ਾਇਦ ਪਿਛਲੀਆਂ ਸਾਰੀਆਂ ਚੋਣਾਂ ਤੋਂ ਵੱਧ ਇਹ ਦਿਲਚਸਪ ਵੀ ਹਨ ਔਰ ਮਹੱਤਵਪੂਰਨ ਵੀ ਹਨ, ਜਿਸ ਦੇ ਵਿੱਚ ਆਮ ਤੌਰ ਦੇ ਉੱਤੇ ਰਵਾਇਤੀ ਪਾਰਟੀਆਂ ਨੂੰ ਛੱਡ ਕੇ ਬਿਲਕੁਲ ਇੱਕ ਨਵਾਂ ਇਨਪੁਟ ਇਸ ਦੇ ਵਿੱਚ ਆ ਰਿਹਾ ਹੈ ਔਰ ਸਾਰੇ ਦੇ ਸਾਰੇ ਏਜੰਡੇ ਵੀ ਤਬਦੀਲ ਹੋ ਰਹੇ ਹਨ। ਇਹਨਾਂ ਦੇ ਬਾਰੇ ਅਸੀਂ ਤੁਹਾਡੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਪੂਰਾ ਵਿਸ਼ਲੇਸ਼ਣ ਦੇਣ ਦੀ ਕੋਸ਼ਿਸ਼ ਕਰਾਂਗੇ, ਪਰ ਇਸ ਚੋਣਾਂ ਦਾ ਪੰਜਾਬ ਦੇ ਉੱਤੇ ਕੀ ਅਸਰ ਪੈ ਰਿਹਾ ਹੈ? ਦਰਅਸਲ ਇਹ ਵਾਢੀਆਂ ਦਾ ਮੌਸਮ ਹੈ, ਵਿਸਾਖੀ ਦਾ ਮੌਸਮ ਆਉਣ ਵਾਲਾ ਹੈ ਔਰ ਜਿਸ ਦੇ ਵਿੱਚ ਫਸਲਾਂ ਦੀ ਕਟਾਈ ਹੁੰਦੀ ਹੈ। ਲੋਕ ਉਸ ਦੇ ਵਿੱਚ ਰੁੱਝੇ ਵੀ ਰਹਿੰਦੇ ਹਨ ਅਤੇ ਨਾਲ ਹੀ ਖਾਲਸੇ ਦੇ ਸਿਰਜਣਾ ਦਿਵਸ ਦਾ ਵੀ ਇਹ ਮੌਕਾ ਹੁੰਦਾ ਹੈ। ਇਸ ਮੌਕੇ ਦੇ ਉੱਤੇ ਜੋੜ ਮੇਲੇ ਲੱਗਦੇ ਹਨ, ਉਹਨਾਂ ਦੇ ਵਿੱਚ ਦੌਰਾਨ ਇਹ ਸਾਰਾ ਚੋਣ ਸਮਾਗਮ ਵੀ ਉਹਦੇ ਦੌਰਾਨ ਹੋ ਰਿਹਾ ਹੈ। ਦੋਨੋਂ ਆਪਸ ਦੇ ਵਿੱਚ ਤਰੀਕਾਂ ਮਿਲ ਰਹੀਆਂ ਹਨ। ਹੁਣ ਵੀ ਹੋਲੇ ਮਹੱਲੇ ਦੇ ਉੱਤੇ ਹਮੇਸ਼ਾ ਤੋਂ ਰਾਜਨੀਤਿਕ ਪਾਰਟੀਆਂ ਆਪਣੀਆਂ ਕਾਨਫਰੰਸਾਂ ਕਰਦੀਆਂ ਸੀ।
ਜਿਨ੍ਹਾਂ ਦੇ ਵਿੱਚ ਆਪਣੇ ਪ੍ਰੋਗਰਾਮ, ਆਪਣੇ ਏਜੰਡੇ ਔਰ ਧਾਰਮਿਕ ਅਤੇ ਦੂਸਰੇ ਮਕਸਦ ਨੂੰ ਉਹ ਸਾਹਮਣੇ ਪੇਸ਼ ਕਰਦੇ ਸਨ। ਇਸ ਵਾਰ ਵੀ ਚੋਣ ਕਮਿਸ਼ਨ ਨੇ ਐਲਾਨੀਆ ਤੌਰ ਦੇ ਉੱਤੇ ਮਨ੍ਹਾ ਕੀਤਾ, ਕਿਉਂਕਿ ਚੋਣ ਜ਼ਾਬਤਾ ਲਾਗੂ ਹੈ, ਕੋਈ ਵੀ ਰਾਜਨੀਤਿਕ ਦਲ ਇਸ ਤਰ੍ਹਾਂ ਦੀ ਕਾਨਫਰੰਸ ਨਹੀਂ ਕਰ ਸਕਦਾ, ਜਿਸ ਦੇ ਉੱਤੇ ਇਤਰਾਜ਼ ਕੀਤਾ ਅਕਾਲੀ ਦਲ ਨੇ ਔਰ ਆਪ ਪਾਰਟੀ ਨੇ। ਪਰ ਇਸ ਨੂੰ ਨਜ਼ਰਅੰਦਾਜ਼ ਕਰਦਿਆਂ ਹੋਇਆਂ ਅਕਾਲੀ ਦਲ ਨੇ ਹੋਲੇ ਮਹੱਲੇ ਦੇ ਉੱਤੇ ਕਾਫੀ ਵੱਡੀ ਕਾਨਫਰੰਸ ਨੂੰ ਮੁਖਾਤਬ ਕੀਤਾ ਔਰ ਇਹ ਕਾਨਫਰੰਸ ਕੀਤੀ ਹੈ, ਜਿਸ ਦੇ ਉੱਤੇ ਲੱਗਦਾ ਹੈ ਕੁਦਰਤੀ ਤੌਰ ਦੇ ਉੱਤੇ ਅਕਾਲੀ ਦਲ ਦੇ ਉੱਤੇ ਸ਼ਾਇਦ ਇਲੈਕਸ਼ਨ ਕਮਿਸ਼ਨ ਇਸ ਦੀ ਕਾਰਵਾਈ ਵੀ ਕਰ ਸਕਦਾ ਹੈ। ਪਰ ਦੂਸਰੇ ਪਾਸੇ ਇਹ ਮੰਨਿਆ ਜਾ ਰਿਹਾ ਹੈ ਇਹ ਕਾਨਫਰੰਸਾਂ ਭਾਵੇਂ ਪਾਰਟੀਆਂ ਦੀਆਂ ਹਨ, ਕਿਉਂਕਿ ਰਾਜਨੀਤੀ ਅਤੇ ਧਰਮ ਜੁੜੇ ਹੋਣ ਕਰਕੇ ਪਾਰਟੀਆਂ ਰਾਜਨੀਤਿਕ ਕਾਨਫਰੰਸਾਂ ਵੀ ਕਰਦੀਆਂ ਹਨ, ਪਰ ਇਹ ਕਿੱਥੇ ਤੱਕ ਰਾਜਨੀਤੀ ਹੈ ਅਤੇ ਕਿੱਥੇ ਤੱਕ ਸਮਾਜਿਕ ਤੇ ਧਾਰਮਿਕ ਹੈ, ਇਸ ਨੂੰ ਵੱਖ ਨਹੀਂ ਕੀਤਾ ਜਾ ਸਕਦਾ। ਸੋ ਆਉਣ ਵਾਲੇ ਸਮੇਂ ਦੇ ਵਿੱਚ ਵਿਸਾਖੀ ਦੇ ਸਮਾਗਮਾਂ ਦੇ ਉੱਤੇ ਵੀ ਇਹ ਕਾਨਫਰੰਸਾਂ ਹੋਣੀਆਂ ਹਨ ਕਿ ਇਸ ਦੇ ਉੱਤੇ ਇਲੈਕਸ਼ਨ ਕਮਿਸ਼ਨ, ਚੋਣ ਕਮਿਸ਼ਨ ਕੋਈ ਆਪਣੀ ਪਾਲਿਸੀ ਬਣਾਏਗਾ ਜਾਂ ਫਿਰ ਇਸੇ ਤਰੀਕੇ ਦੇ ਨਾਲ ਹੀ ਟਕਰਾਅ ਵਾਲੀ ਹਾਲਤ ਬਣੇਗੀ। ਹੁਣ ਵੀ ਦਿੱਲੀ ਦੇ ਵਿੱਚ ਦਿੱਲੀ ਫਤਿਹ ਦਿਵਸ ਜਿਸ ਵੇਲੇ ਮਨਾਇਆ ਗਿਆ ਬੜੀ ਵੱਡੀ ਪੱਧਰ ਦੇ ਉੱਤੇ, ਕਿਉਂਕਿ ਚੋਣ ਜ਼ਾਬਤਾ ਲਾਗੂ ਸੀ, ਇਸ ਕਰਕੇ ਅਕਾਲੀ ਦਲ ਦੇ ਕਿਸੇ ਵੀ ਰਾਜਨੀਤਿਕ ਆਗੂ ਨੇ ਉੱਥੇ ਕਿਸੇ ਕਿਸਮ ਦੇ ਕੋਈ ਆਪਣੇ ਭਾਸ਼ਣ ਨਹੀਂ ਦਿੱਤੇ ਜਾਂ ਉਹਨਾਂ ਨੇ ਸੰਗਤਾਂ ਨੂੰ ਮੁਖਾਤਬ ਨਹੀਂ ਕੀਤਾ, ਕਿਉਂਕਿ ਚੋਣ ਜ਼ਾਬਤਾ ਲਾਗੂ ਸੀ। ਪਰ ਹੋਲੇ ਮਹੱਲੇ ਦੇ ਉੱਤੇ ਇਸ ਚੀਜ਼ ਨੂੰ ਨਹੀਂ ਮੰਨਿਆ ਗਿਆ ਔਰ ਇਹ ਹੁਣ ਆਉਣ ਵਾਲਾ ਸਮਾਂ ਦੱਸੇਗਾ ਕਿ ਇਸ ਦੇ ਉੱਤੇ ਕੀ ਰੱਦੇ ਅਮਲ ਹੁੰਦਾ ਹੈ, ਕੀ ਪ੍ਰਤੀਕਰਮ ਹੁੰਦਾ ਹੈ, ਜਾਂ ਇਹ ਰਾਜਨੀਤਿਕ ਪਾਰਟੀਆਂ ਇਸ ਦੇ ਉੱਤੇ ਕਿਹੜੀ ਪਾਲਿਸੀ ਇਖਤਿਆਰ ਕਰਦੀਆਂ। ਦੂਸਰੀ ਛੋਟੀ ਜੀ ਸੁਰਖੀ, ਬਹੁਤ ਛੋਟੀ ਜੀ, ਫੈਮਿਲੀ ਪਲੈਨਿੰਗ एक भारत सरकार दा परिवार नियोजन या फैमिली प्लैनिंग भारत सरकार दा एक बहुत वड्डा प्रोग्राम सी और जिस दे विच एक नारा दिता गया सी, हम दो हमारे दो। अकाल तख्त साहब दे जथेदार यानी गुरबचन सिंह ने एक टिप्पणी दिती है पत्रकारां नाल गल करदिआं, जिस दे उत्ते काफ़ी लोकां दी प्रतिक्रम भी है और इस प्रतिक्रम ਨੂੰ ਉਹ बड़ी दिलचस्पी ਦੇ ਨਾਲ ਵੇਖ ਰਹੇ ਹਨ। ਜਥੇਦਾਰ ਸਾਹਿਬ ਦਾ ਕਹਿਣਾ ਹੈ ਕਿ ਸਾਡੀ ਗਿਣਤੀ ਘਟਦੀ ਜਾ ਰਹੀ ਹੈ ਔਰ ਇਸ ਦੇ ਲਈ ਇਹ ਹਮ ਦੋ ਹਮਾਰੇ ਦੋ ਵਾਲਾ ਨਾਰਾ ਜ਼ਿੰਮੇਵਾਰ ਹੈ। ਉਹਨਾਂ ਦਾ ਕਹਿਣਾ ਹੈ ਹੁਣ ਲੋੜ ਹੈ ਹਮ ਦੋ ਹਮਾਰੇ ਚਾਰ ਦਾ ਨਾਰਾ ਦੇਣ ਦੀ, ਤਾਂ ਕਿ ਇਸ ਕਮੀ ਨੂੰ ਪੂਰਾ ਕੀਤਾ ਜਾ ਸਕੇ। इन्हां सुर्खियां दे बाद एक काफ़ी गंभीर और एक चिंताजनक खबर है जिहड़ी कि इंग्लैंड तो है। लेमिंगटन एंड वारविक गुरुद्वारा साहब उत्थों दी स्थानक कमेटी ने सिटी काउंसिल नूं एक दरखास्त भेजी है, एक प्रपोजल भेजी है और उस प्रपोजल दे विच जिहड़ी उन्हां ने एक मंग रखी है कि गुरुद्वारा साहब कंपलैक्स दे विच एक हाल बनाया जाएगा, एक ऑडिटोरीयम बनाया जाएगा और उस ऑडिटोरीयम दे विच जिहड़ा गुरुद्वारा साहब दे कंपलैक्स दे विच है, उन्हां दी दरखास्त दे मुताबिक दी ऑडिटोरीयम वुड also have a small bar that would be open during events and also from each evening for the community। ए दीदा दलेरी या मूर्खता शायद पहली बार किसी ने करन दी हिमाकत करन दी कोशिश की है कि जेड़ा कंपलैक्स, जेड़ी ज़मीन, जेड़ा गुरुद्वारा साहब गुरु ग्रंथ साहब के नाम के उत्ते रजिस्टर्ड है, उत्थों दे प्रबंधकां वल्लों स्थानक काउंसल नूं जिहड़ी सरकार नूं दरखास्त देनी कि गुरुद्वारा साहब कंपलैक्स दे विच एक बार या शराब खाना बनाने की इजाज़त दी जाए।
ਇਹ ਕਿਹਾ ਨਹੀਂ ਜਾ ਸਕਦਾ ਕਮਿਊਨਿਟੀ ਇਸ ਨੂੰ ਕਿਸ ਤਰੀਕੇ ਨਾਲ ਲੈਂਦੀ ਹੈ ਔਰ ਇਸ ਦਾ ਕੀ ਪ੍ਰਤੀਕਰਮ ਹੁੰਦਾ ਹੈ। ਪਰ ਕੁਦਰਤੀ ਤੌਰ ਦੇ ਉੱਤੇ ਇੱਕ ਬਹੁਤ ਹੀ ਗੰਭੀਰ ਮੰਗ ਹੈ ਜਿਹੜੀ ਉਹਨਾਂ ਨੇ ਕੀਤੀ ਹੈ। ਇਸ ਦੇ ਉੱਤੇ ਤੁਸੀਂ ਕੀ ਸਮਝਦੇ ਹੋ ਕਿ ਇਸ ਤਰ੍ਹਾਂ ਦੀ ਮੰਗ ਕਰ ਦੇਣੀ ਹੀ ਕੀ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਗੱਲ ਨਹੀਂ? ਇਸ ਨੂੰ ਕਿਵੇਂ ਨਜਿੱਠਿਆ ਜਾਣਾ ਚਾਹੀਦਾ? ਇਸ ਦਾ ਕੀ ਪ੍ਰਤੀਕਰਮ ਹੋ ਸਕਦਾ ਹੈ? ਇਸ ਦਾ ਜਵਾਬ ਕੀ ਦਿੱਤਾ ਜਾ ਸਕਦਾ ਹੈ? ਕੀ ਇਸ ਨੂੰ ਦਰਕਿਨਾਰ ਕਰ ਦੇਣਾ ਚਾਹੀਦਾ ਹੈ ਜਾਂ ਇਸ ਦੇ ਉੱਤੇ ਕੋਈ ਕਾਨੂੰਨੀ ਚਾਰਾਜੋਈ ਕੀਤੀ ਜਾਣੀ ਚਾਹੀਦੀ ਹੈ? ਪਰ ਚੂੰਕਿ ਕਮੇਟੀਆਂ ਔਰ ਸਰਕਾਰ ਇੱਕ ਦੂਜੇ ਦੇ ਨਾਲ ਕਾਨੂੰਨੀ ਰੂਪ ਵਿੱਚ ਉਲਝਦੀਆਂ ਹਨ ਔਰ ਉਹਨਾਂ ਦੇ ਕਾਨੂੰਨੀ ਨੁਕਤੇ ਤੋਂ ਦੇਖਦੀਆਂ ਹਨ, ਜ਼ਰੂਰੀ ਨਹੀਂ ਕਿ ਸਰਕਾਰਾਂ ਵੀ ਉਸ ਭਾਵਨਾ ਦੇ ਨਾਲ ਉਸ ਨੂੰ ਸਮਝਣ ਜਿਹੜੀਆਂ ਭਾਵਨਾਵਾਂ ਕਮਿਊਨਿਟੀ ਦੀਆਂ ਹੁੰਦੀਆਂ ਹਨ। ਉਹਨਾਂ ਨੇ ਕੇਵਲ ਕਾਨੂੰਨੀ ਨੁਕਤਾ ਨਿਗਾਹ ਤੋਂ ਇਸ ਬਾਰੇ ਆਪਣੀ ਪੁਣਛਾਣ ਕਰਨੀ ਹੁੰਦੀ ਹੈ ਔਰ ਕਾਨੂੰਨੀ ਨੁਕਤਾ ਨਿਗਾਹ ਤੋਂ ਹੀ ਉਹਨਾਂ ਨੇ ਇਸ ਦੇ ਬਾਰੇ ਕੋਈ ਵੀ ਨਿਰਣੇ ਕਰਨੇ ਹੁੰਦੇ ਹਨ। ਪਰ ਇਹ ਹੁਣ ਜਿਹੜੀ ਦਰਖਾਸਤ ਦਿੱਤੀ ਗਈ ਹੈ ਕਿ ਗੁਰਦੁਆਰਾ ਸਾਹਿਬ ਦੇ ਕੰਪਲੈਕਸ ਦੇ ਵਿੱਚ ਹੀ ਇੱਕ ਬਾਰ ਬਣਾਉਣ ਦੀ ਇਜਾਜ਼ਤ ਦਿੱਤੀ ਜਾਏ ਔਰ ਬਾਕਾਇਦਾ ਇਹ ਪ੍ਰਪੋਜ਼ਲ ਦਰਜ ਵੀ ਕੀਤੀ ਗਈ ਹੈ ਔਰ ਜਿਹੜੀ ਸਰਕਾਰੀ ਵੈਬਸਾਈਟ ਦੇ ਉੱਤੇ ਮੌਜੂਦ ਵੀ ਹੈ, ਜਿਸ ਨੂੰ ਵੇਖਿਆ ਵੀ ਜਾ ਸਕਦਾ ਹੈ। ਇਸ ਐਪਲੀਕੇਸ਼ਨ ਦੇ ਬਾਰੇ, ਇਸ ਪ੍ਰਪੋਜ਼ਲ ਦੇ ਬਾਰੇ ਤੁਹਾਡੇ ਕੀ ਵਿਚਾਰ ਹਨ? ਇਹ ਜ਼ਰੂਰ ਸਾਂਝੇ ਕਰੋ। ਸਮਾਂ ਹੈ ਇੱਕ ਵਕਫੇ ਦਾ, ਉਹਦੇ ਬਾਅਦ ਮੁੜ ਹਾਜ਼ਰ ਹੋਵਾਂਗੇ। ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਾ ਜਨਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਜਿਹੜੀਆਂ ਖਬਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕੀਤੀਆਂ, ਉਹਨਾਂ ਦੇ ਵਿੱਚ ਦੋ ਸੁਰਖੀਆਂ ਬੜੀਆਂ ਹੀ ਮਹੱਤਵਪੂਰਨ ਸਨ। ਇੱਕ ਤਾਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਇੱਕ ਸਿੱਖ ਨੌਜਵਾਨ ਦੀ ਹਾਲ ਬਾਜ਼ਾਰ ਦੇ ਵਿੱਚ ਸ਼ਰੇਆਮ ਜਿਹੜੀ ਉਸ ਦੇ ਨਾਲ ਮਾਰ ਕੁਟਾਈ ਹੋਈ ਔਰ ਉਸ ਦੇ ਕੇਸਾਂ ਦੀ ਔਰ ਦਸਤਾਰ ਦੀ ਬੇਹੁਰਮਤੀ ਕੀਤੀ ਗਈ। ਅਗਰ ਅੰਮ੍ਰਿਤਸਰ ਵਰਗੇ ਸ਼ਹਿਰ ਦੇ ਵਿੱਚ ਜਿੱਥੇ ਸਾਰਾ ਕੁਝ ਹੋਣ ਦੇ ਬਾਵਜੂਦ ਅਗਰ ਇਹ ਹੋ ਸਕਦਾ ਹੈ, ਫਿਰ ਭਵਿੱਖ ਕੀ ਹੈ, ਕਿੱਥੇ ਤੱਕ ਸੁਰੱਖਿਅਤ ਹੈ? ਔਰ ਜੇ ਉਸ ਤੋਂ ਦੂਰ ਦੀ ਗੱਲ ਕਰੀਏ, ਜਿਹੜੀ ਇੰਗਲੈਂਡ ਦੀ ਖਬਰ ਆਈ ਹੈ ਕਿ ਜਿਹੜੀ ਉੱਥੇ ਦੀ ਗੁਰਦੁਆਰਾ ਕਮੇਟੀ ਨੇ, ਜਿਹੜਾ ਗੁਰਦੁਆਰਾ ਗੁਰੂ ਗ੍ਰੰਥ ਸਾਹਿਬ ਦੇ ਨਾਂ 'ਤੇ ਰਜਿਸਟਰਡ ਹੈ, ਉੱਥੇ ਦੀ ਕਮੇਟੀ ਨੇ ਜਿਹੜੀ ਮੰਗ ਕੀਤੀ ਹੈ ਕਿ ਗੁਰਦੁਆਰਾ ਸਾਹਿਬ ਦੇ ਕੰਪਲੈਕਸ ਦੇ ਵਿੱਚ ਹੀ ਬਾਰ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਜਾਏ ਤਾਂ ਕਿ ਸ਼ਾਮ ਨੂੰ ਉਹਨੂੰ ਕਮਿਊਨਿਟੀ ਇਸਤੇਮਾਲ ਕਰ ਸਕੇ। ਸਾਡੇ ਨਾਲ ਬੀਬੀ ਕਿਰਨਜੋਤ ਕੌਰ, ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਜਨਰਲ ਰਹਿ ਚੁੱਕੇ ਹਨ, ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਸਾਡੇ ਨਾਲ ਹਨ। ਕਿਰਨ ਜੀ, ਗੈਟ ਪੰਜਾਬੀ ਰਾਹੀਂ ਅਮਰੀਕਾ ਅਤੇ ਕੈਨੇਡਾ ਦੇ ਦਰਸ਼ਕਾਂ ਦੇ ਰੂਬਰੂ ਹੋਣ ਲਈ ਨਿੱਘਾ ਸਵਾਗਤ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਰਨ ਜੀ, ਇਸ ਨੂੰ ਤੁਸੀਂ ਕਿਵੇਂ ਲੈਂਦੇ ਹੋ? ਇਹ ਸਭ ਤੋਂ ਪਹਿਲਾਂ ਤਾਂ ਗੱਲ ਕਰੀਏ ਜਿਹੜੀ ਅੰਮ੍ਰਿਤਸਰ ਸਾਹਿਬ ਦਾ, ਇਹ ਹੈ ਕੀ ਹੈ, ਕਿਉਂ ਹੋਇਆ, ਕਿਸ ਤਰ੍ਹਾਂ ਹੋਇਆ ਔਰ ਇਹਦੇ ਬਾਰੇ ਤੁਸੀਂ ਕੀ, ਕਿਉਂਕਿ ਸਥਾਨਕ ਹੋ ਬਿਲਕੁਲ, ਤੁਹਾਡੇ ਜਿੱਥੇ ਤੁਸੀਂ ਰਹਿੰਦੇ ਹੋ ਉਸਦੇ ਔਰ ਦਰਬਾਰ ਸਾਹਿਬ ਦੇ ਵਿਚਕਾਰ, ਕਿਉਂਕਿ ਹਾਲਗੇਟ ਉਹ ਜਗ੍ਹਾ ਹੈ ਜਿਹਦੇ ਬਾਰੇ ਜ਼ਿਕਰ ਆਉਂਦਾ ਹੈ ਕਿ ਪਹਿਲੇ ਪੁਰਾਤਨ ਸਿੱਖ ਜਦੋਂ ਵੀ ਆਉਂਦੇ ਸੀ ਉਹ ਹਾਲਗੇਟ ਦੇ ਉੱਤੇ ਹੀ ਮੱਥਾ ਟੇਕਦੇ ਸੀ। ਉਸ ਨੂੰ ਇੱਕ ਦਹਲੀਜ਼ ਮੰਨਿਆ ਜਾਂਦਾ ਹਰਿਮੰਦਰ ਸਾਹਿਬ ਦੀ। ਉਸ ਦੇ ਵਿੱਚ ਇਸ ਤਰ੍ਹਾਂ ਦੀ ਘਟਨਾ ਵਾਪਰ ਜਾਣੀ, ਇਹਦਾ ਕੁਝ ਵੇਰਵਾ ਤੁਸੀਂ ਦੇ ਸਕਦੇ ਹੋ? ਜਿਹੜੀ ਭੰਡਾਰੀ ਪੁਲ ਦੇ ਉੱਪਰ ਇਹ ਘਟਨਾ ਵਾਪਰੀ ਹੈ, ਨਿਹਾਇਤ ਹੀ ਨਿੰਦਣਯੋਗ ਹੈ, ਕਿਉਂਕਿ ਉੱਥੇ ਵਾਲਮੀਕ ਬਰਾਦਰੀ ਨੇ ਕੋਈ ਧਰਨਾ ਦਿੱਤਾ ਹੋਇਆ ਸੀ। ਸਰਕਾਰ ਉਹਨਾਂ ਵਾਸਤੇ ਜਿਹੜਾ ਰਾਮ ਤੀਰਥ ਸਥਾਨ, ਉਹਨਾਂ ਦਾ ਸਥਾਨ ਹੈਗਾ, ਉਹਦੀ ਡਿਵੈਲਪਮੈਂਟ ਵਾਸਤੇ ਇੱਕ ਪ੍ਰੋਜੈਕਟ ਬਣਾ ਕੇ ਤੇ ਉੱਥੇ ਇੱਕ ਵੱਡਾ ਸਾਰਾ ਕੰਪਲੈਕਸ ਉਸਾਰਨ ਦੀ ਪਲੈਨਿੰਗ ਸੀ। ਇਹ ਜਿਹੜੇ ਗਰੁੱਪ ਆਇਆ ਸੀ, ਇਹ ਉਸ
ਦੇ ਵਿੱਚ ਕੋਈ ਜ਼ਮੀਨ ਦੇ ਮਸਲੇ ਨੂੰ ਲੈ ਕੇ ਵਿਰੋਧ ਕਰ ਰਿਹਾ ਸੀ ਤੇ ਜਿਸ ਤਰ੍ਹਾਂ ਕਿ ਧਰਨੇ ਧੁਰਨੇ ਦੇਣ ਦਾ ਇੱਥੇ ਰਿਵਾਜ ਹੈ ਉਸ ਤਰ੍ਹਾਂ ਉਹਨਾਂ ਧਰਨਾ ਦਿੱਤਾ ਸੀ। ਇਹ ਬੱਚਾ ਜਸਮੀਤ ਸਿੰਘ ਜਿਹਦੀ ਦੁਕਾਨ ਕੇ ਉੱਥੇ ਜਿਹੜੀ ਤ੍ਰਿਕੋਣੀ ਮਾਰਕੀਟ ਬਣੀ ਹੋਈ ਹੈ ਉੱਚੇ ਪੁਲ ਦੇ ਉੱਪਰ ਜੀ, ਉੱਥੇ ਦੁਕਾਨ ਹੈਗੀ ਸੀ ਜਿੱਥੇ ਇਹ ਆਪਣੇ ਮੋਟਰਸਾਈਕਲ ਤੇ ਜਾ ਰਿਹਾ ਸੀ। ਇਹਨੇ ਸਾਈਡ ਤੋਂ ਲੰਘਿਆ ਤੇ ਉਹਦਾ ਮੋਟਰਸਾਈਕਲ ਸੁੱਟ ਕੇ ਤੇ ਉਹਨੂੰ ਘੇਰ ਲਿਆ। ਘੇਰ ਕੇ ਤੇ ਫਿਰ ਜਿਸ ਤਰ੍ਹਾਂ ਦੀ ਉਹਦੀ ਜੋ ਹਾਲਤ ਕੀਤੀ, ਜੋ ਮਾਰ ਕੁਟਾਈ ਹੋਈ, ਉਹ ਸਾਰੀ ਫਿਰ ਮੀਡੀਆ ਦੇ ਸਾਹਮਣੇ ਆਈ ਹੈ। ਹੁਣ ਇਹ ਜਿਹੜੀ ਇੱਕ ਕੱਲੇ ਬੱਚੇ ਦਾ ਇਸ ਤਰ੍ਹਾਂ ਉਸ ਮੌਬ ਦੇ ਵਿੱਚ ਪਕੜੇ ਜਾਣਾ ਔਰ ਬਗੈਰ ਕਿਸੇ ਕਾਰਨ ਦੇ ਇਸ ਕਿਸਮ ਦੀ ਉਹਦੀ ਜਿਹੜੀ ਮਾਰ ਕੁਟਾਈ ਹੋਣਾ, ਇਹ ਬਹੁਤ ਹੀ ਨਿੰਦਣਯੋਗ ਗੱਲ ਹੈ। ਔਰ ਇਹ ਕਿਤੇ ਨਾ ਕਿਤੇ ਮੈਂ ਸਮਝਦੀ ਹਾਂ ਕਿ ਜਿਹੜੀ ਮੌਬ ਮੈਂਟੈਲਿਟੀ ਹੈ ਇਹ ਉਸ ਦਾ ਨਤੀਜਾ ਹੈ ਜੀ, ਕਿਉਂਕਿ ਹਿੰਦੁਸਤਾਨ ਦੇ ਵਿੱਚ ਜਿੱਥੇ ਵੀ ਮੌਬਸ ਨੇ ਹਿੰਸਾ ਕੀਤੀ ਹੈ ਉੱਥੇ ਕਦੀ ਵੀ ਕੋਈ ਕਾਰਵਾਈ ਨਹੀਂ ਹੋਈ ਜੀ। ਹੁਣ ਪਿਛਲੇ ਸਮਿਆਂ ਦੇ ਵਿੱਚ ਜਦੋਂ ਵਿਆਨਾ ਦੇ ਵਿੱਚ ਉਹ ਵੀ ਇਸੇ ਤਰ੍ਹਾਂ ਕਿਸੇ ਬਰਾਦਰੀ ਦੇ ਨਾਲ ਜੁੜੇ ਸੰਤ ਦੀ ਜਦੋਂ ਹੱਤਿਆ ਹੋਈ ਹੈ ਤਾਂ ਜਲੰਧਰ ਦੇ ਵਿੱਚ ਇੱਥੇ ਜਿਹੜੀ ਮੌਬ ਨੇ ਫਿਰ ਸਾੜ ਫੂਕ ਕੀਤੀ, ਗੱਡੀਆਂ ਸਾੜੀਆਂ, ਹੋਰ ਇਹਨਾਂ ਨੇ ਜਿਹੜੀ ਹਿੰਸਾ ਕੀਤੀ, ਉਹ ਅੱਜ ਤੱਕ ਕਿਸੇ ਨੂੰ ਕੋਈ ਆਈਡੈਂਟੀਫਾਈ ਨਹੀਂ ਕਰ ਸਕਿਆ, ਕਿਸੇ ਨੇ ਕੋਈ ਕਿਸੇ ਤੇ ਐਕਸ਼ਨ ਨਹੀਂ ਲਿਆ ਜੀ। ਤੇ ਜੇ ਕਮਿਊਨਲ ਵਾਇਲੈਂਸ ਹੋਈ ਹੈ, ਜੇ ਦਿੱਲੀ ਲੈ ਲਓ ਤਾਂ ਉਹਤੇ ਜਦੋਂ ਮੌਬ ਵਾਇਲੈਂਸ ਦਾ ਨਾਂ ਲੈ ਕੇ ਤੇ ਕਿਹੜੇ ਚੁਣੇ ਨਾ ਜਿਹੜੇ ਅੱਗੇ ਆਏ, ਪਰ ਆਮ ਜਿਹੜੇ ਲੋਕ ਹੈਗੇ ਸੀ ਉਹ ਬਚ ਗਏ, ਕਿਸੇ ਦੇ ਉੱਪਰ ਕੋਈ ਐਕਸ਼ਨ ਨਹੀਂ ਆਇਆ। ਪਰ ਇਹਦੇ 'ਚ ਇੱਕ ਚੀਜ਼ ਦੱਸੋਗੇ ਤੁਸੀਂ, ਕਿਉਂਕਿ ਜੇ ਤੁਸੀਂ ਜਿਵੇਂ ਕਹਿ ਰਹੇ ਹੋ ਕਿ ਉੱਥੇ ਇੱਕ ਧਰਨਾ ਆਰਗੇਨਾਈਜ਼ ਸੀਗਾ, ਆਰਗੇਨਾਈਜ਼ਰਸ ਵੀ ਹੋਣਗੇ, ਜੇ ਆਰਗੇਨਾਈਜ਼ਡ ਹੈ ਇਹਦਾ ਮਤਲਬ ਆਰਗੇਨਾਈਜ਼ਰਸ ਹੋਣਗੇ, ਸੋ ਉਹਨਾਂ ਦਾ ਵੀ ਤੇ ਜ਼ਰੂਰ ਪ੍ਰਤੀਕਰਮ ਜਾਂ ਉਹਨਾਂ ਦਾ ਕੋਈ ਇਸ ਦੇ ਉੱਤੇ ਇਹਨੂੰ ਕੰਟਰੋਲ ਕਰਨ ਵਿੱਚ ਜ਼ਿੰਮੇਵਾਰੀ ਹੋਏਗੀ ਤੇ ਉਹਨਾਂ ਨੇ ਆਪਣਾ ਕੋਈ ਰਿਐਕਸ਼ਨ ਜ਼ਰੂਰ ਦਿੱਤਾ ਹੋਏਗਾ ਜਿਹੜੇ ਉਹਨਾਂ ਦੇ ਆਗੂ ਹੋਣਗੇ। ਵਾਲਮੀਕੀਆਂ ਦੇ ਵਿੱਚ ਵੀ ਇੱਕ ਗਰੁੱਪ ਹੈਗਾ ਜਿਨ੍ਹਾਂ ਨੇ ਇਸ ਦੀ ਮਾਫੀ ਵੀ ਮੰਗੀ ਹੈ ਔਰ ਇਸ ਨੂੰ ਨਿੰਦਿਆ ਵੀ ਹੈ ਜੀ ਜੀ। ਤੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਵੀ ਇਹ ਜੋ ਹੋਇਆ ਇਹ ਬਿਲਕੁਲ ਗਲਤ ਹੋਇਆ, ਇਹ ਨਹੀਂ ਹੋਣਾ ਚਾਹੀਦਾ ਜੀ ਜੀ ਜੀ। ਪਰ ਇਸ ਦੇ ਵਿੱਚ ਜਿਹੜੇ ਜੀ ਸੌਰੀ ਹਾਂਜੀ ਜੀ ਦੱਸ ਰਹੇ ਮੈਂ ਇਹ ਕਹਿਣ ਲੱਗੀ ਸੀ ਕਿ ਜਿਹੜੇ ਮੌਕੇ ਦੇ ਉੱਪਰ ਜਦੋਂ ਮੁੰਡੀਰ ਇਕੱਠੀ ਹੋ ਜਾਂਦੀ ਹੈ ਤੇ ਫਿਰ ਉਹ ਆਰਗੇਨਾਈਜ਼ਰਸ ਦੇ ਵੀ ਆਖੇ ਵੇਖੇ ਘੱਟ ਹੀ ਹੁੰਦੇ ਜੀ। ਪਰ ਇਸ ਮੌਕੇ ਕਿਹੜੇ ਆਰਗੇਨਾਈਜ਼ਰ ਸੀ ਇਹਦੇ ਬਾਰੇ ਨਹੀਂ ਪਤਾ ਪਰ ਇਸ ਦੇ ਵਿੱਚ ਜਿਹੜੀ ਵੱਡੀ ਗੱਲ ਕਹੀ ਜਾ ਰਹੀ ਹੈ ਕਿ ਉੱਥੇ ਪੁਲਿਸ ਵੀ ਮੌਜੂਦ ਸੀ, ਜਿਹੜੀ ਕਿ ਪੁਲਿਸ ਵੀ ਮੂਕ ਦਰਸ਼ਕ ਬਣ ਕੇ ਖੜੀ ਰਹੀ, ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ। ਉਸ ਗੱਲ ਦੇ ਉੱਪਰ ਜ਼ਰੂਰ ਸਭ ਨੂੰ ਇਤਰਾਜ਼ ਹੈ ਕਿ ਅਗਰ ਸਾਹਮਣੇ ਦਿਸ ਰਿਹਾ ਹੈ ਕਿ ਇੱਕ ਰਾਹਗੀਰ ਨੂੰ ਫੜ ਕੇ ਤੇ 10 ਬੰਦੇ ਫੜ ਕੇ ਉਹਨੂੰ ਕੁੱਟਦੇ ਪਏ ਬਗੈਰ ਕਿਸੇ ਕਾਰਨ ਦੇ, ਤੇ ਉਸ ਵਕਤ ਪੁਲਿਸ ਵਾਲਿਆਂ ਦਾ ਇਹ ਫਰਜ਼ ਬਣਦਾ ਸੀ ਕਿ ਵਿੱਚ ਪੈ ਕੇ ਤੇ ਉਸ ਨਿਰਦੋਸ਼ ਦੀ ਘੱਟੋ ਘੱਟ ਸਪੋਰਟ ਤਾਂ ਕਰਦੇ ਜੀ। ਇਹ ਜਿਹੜੀ ਕਾਰਵਾਈ ਹੈ ਇਹ ਜ਼ਰੂਰ ਹਰ ਕੋਈ ਇਹਦੇ ਤੇ ਸਵਾਲ ਕਰ ਰਿਹਾ ਹੈ। ਪਰ ਇਸ ਤੋਂ ਇਲਾਵਾ ਤੁਸੀਂ ਦੇਖੋ ਕਿ ਜਿੰਨੀ ਫੁਰਤੀ ਦੇ ਨਾਲ ਇਹ ਸਾਰੇ ਕਾਂਡ ਦਾ ਐਕਸ਼ਨ ਹੋਇਆ ਜੀ ਔਰ ਜਿੰਨੀ ਜਲਦੀ ਸਾਰੇ ਲੜਕੇ ਪਕੜੇ ਵੀ ਗਏ, ਉਹਨਾਂ ਤੇ ਕੇਸ ਵੀ ਰਜਿਸਟਰ ਹੋ ਗਏ ਜੀ, ਤੇ ਅਸੀਂ ਇਹ ਕਹਿ ਸਕਦੇ ਹਾਂ ਕਿ ਉਹ ਲੈਪਸ ਜ਼ਰੂਰ ਹੈ ਪਰ ਉਸ ਤੋਂ ਬਾਅਦ ਪੁਲਿਸ ਵੱਲੋਂ ਕੋਈ ਲੈਪਸ ਨਹੀਂ ਹੈ। ਅੱਛਾ, ਮਤਲਬ ਉਸ ਤੋਂ ਬਾਅਦ ਪੁਲਿਸ ਨੇ ਆਪਣੀ ਕਾਰਵਾਈ ਜਿਹੜੀ ਹੈਗੀ ਹੈ ਔਰ ਜਿਵੇਂ ਦੂਸਰੇ ਧੜੇ ਵੱਲੋਂ ਵੀ ਉਸ ਦੇ ਵਿੱਚ ਸਹਿਯੋਗ ਦਿੱਤਾ ਜਾ ਰਿਹਾ ਜਿਹੜਾ ਇਸ ਨੂੰ ਕੰਡੈਮ ਕਰਕੇ, ਔਰ ਜਿਹੜੇ ਉਹਨਾਂ ਦੇ ਵਿੱਚੋਂ 25 ਬੰਦਿਆਂ ਦੇ ਖਿਲਾਫ ਜਿਵੇਂ ਦੱਸਿਆ ਗਿਆ ਕੇਸ ਦਰਜ ਹੋਇਆ, ਜਿਨ੍ਹਾਂ ਚੋਂ 8 ਬੰਦੇ ਫੜੇ ਵੀ ਗਏ ਹੈ ਤੇ 17 ਨੂੰ ਪੁਲਿਸ ਕਹਿ ਰਹੀ ਹੈ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਪਕੜਨ ਦੀ, ਔਰ ਉਹਨਾਂ ਦੇ ਹਥਿਆਰ ਵੀ ਜਿਹੜੇ ਵਰਤੇ ਗਏ ਹੈ ਉਹ ਵੀ ਉਹਨਾਂ ਨੇ ਰਿਕਵਰ ਕੀਤੇ ਹੈਗੇ ਆ। ਤੇ ਜੀ ਜੀ ਜਿਹੜੀ ਟੈਕਨੋਲੋਜੀ ਦਾ ਹੁਣ ਇਹ ਵੀ ਫਾਇਦਾ ਨਾ ਕਿ ਜਿੰਨੇ ਉੱਥੇ ਮੀਡੀਆ ਵਾਲੇ ਸੀ ਜਾਂ ਪ੍ਰੈਸ ਫੋਟੋਗ੍ਰਾਫਰ ਸੀ, ਉਹਨਾਂ ਸਾਰਿਆਂ ਦੀ ਉਹਦੇ ਤੋਂ ਕਵਰੇਜ ਤੋਂ ਇਹਨਾਂ ਨੇ ਆਈਡੈਂਟੀਫਾਈ ਕਰ ਲਏ ਬੰਦੇ ਕਿ ਤੁਸੀਂ ਮੌਬ ਦੀ ਮੈਂਟੈਲਿਟੀ ਦੇਖੋ
ਕਿ ਅਗਰ ਸਾਹਮਣੇ ਮੀਡੀਆ ਵੀ ਆ ਉਹਨਾਂ ਨੂੰ ਤਾਂ ਵੀ ਡਰ ਪੈ ਨਹੀਂ ਹੈ। ਠੀਕ ਹੈ, ਠੀਕ ਹੈ। ਵੀ ਉਹ ਫਿਰ ਵੀ ਉਹਨਾਂ ਤੇ ਐਕਸ਼ਨ ਨਹੀਂ ਹੋਏਗਾ। ਜੇ ਇਹੋ ਜਿਹੇ ਇਨਸੀਡੈਂਟ ਦੇ ਵਿੱਚ ਸਖਤ ਪੁਲਿਸ ਵੱਲੋਂ ਐਕਸ਼ਨ ਹੁੰਦਾ ਹੈ ਜੀ ਤਾਂ ਐਟਲੀਸਟ ਅੱਗੇ ਤੋਂ ਇਹ ਇੱਕ ਬਾਕੀ ਜਿਹੜੇ ਟਰਬਲ ਮੇਕਰਸ ਹਨ ਉਹਨਾਂ ਵਾਸਤੇ ਇੱਕ ਸੰਦੇਸ਼ ਹੁੰਦਾ ਹੈ ਕਿ ਵੀ ਤੁਸੀਂ ਐਵੇਂ ਬਚ ਕੇ ਨਹੀਂ ਨਿਕਲ ਜਾਓਗੇ, ਜੋ ਕਰੋਗੇ ਸੋ ਭਰੋਗੇ ਵੀ। ਸੋ ਤੁਹਾਡਾ ਕਹਿਣ ਦਾ ਮਤਲਬ ਹੈ, ਔਰ ਜਿਹੜੀ ਕਿ ਇਸ ਨੂੰ ਇਸੇ ਨਜ਼ਰੀਏ ਤੋਂ ਦੇਖਣਾ ਚਾਹੀਦਾ ਹੈ, ਇੱਕ ਕਿਸਮ ਦੀ ਇਹ ਲਾਅ ਐਂਡ ਆਰਡਰ ਪ੍ਰੋਬਲਮ ਸੀ ਜਿਹੜੀ ਕਿ ਉਸ ਨੂੰ ਉਸੇ ਨਜ਼ਰੀਏ 'ਚ ਦੇਖਣ ਦੀ ਲੋੜ ਹੈ, ਜਿਹਦੇ ਵਿੱਚ ਜਿਹੜੇ ਦੋਸ਼ੀ ਹੈ ਉਹਨਾਂ ਨੂੰ ਪਕੜਿਆ ਵੀ ਜਾ ਚੁੱਕਾ ਹੈ ਜਾਂ ਪਕੜਨ ਦੀ ਕੋਸ਼ਿਸ਼ ਬਾਕੀਆਂ ਨੂੰ ਕੀਤੀ ਜਾ ਰਹੀ ਹੈ, ਤੇ ਉਹਨਾਂ ਦੀ ਪੁਸ਼ਤ ਪਨਾਹ ਦੇ ਉੱਤੇ ਕੋਈ ਹੋਰ ਬੰਦਾ ਉਹਨਾਂ ਦੀ ਹਮਾਇਤ ਤੇ ਨਹੀਂ ਖੜਾ ਹੋ ਰਿਹਾ। ਨਹੀਂ, ਫਿਲਹਾਲ ਉਹਨਾਂ ਦੀ ਸਪੋਰਟ ਤੇ ਕੋਈ ਨਹੀਂ ਹੈ। ਠੀਕ ਹੈ, ਠੀਕ ਹੈ। ਸੋ ਪਰ ਇਹ ਜਿਹੜੀ ਇਸ ਤਰ੍ਹਾਂ ਦੀ ਘਟਨਾ ਹੈ, ਔਰ ਇਸ ਨੂੰ ਅਗਰ ਜੇ ਚਾਰੇ ਪਾਸੇ ਦੀ ਨਖੇਦੀ ਹੁੰਦੀ ਹੈ, ਅਗਰ ਪੁਲਿਸ ਆਪਣਾ ਕੰਮ ਕਰਦੀ ਹੈ ਤਾਂ ਇਹ ਇੱਕ ਚੰਗਾ ਕਦਮ ਹੈ। ਪਰ ਇੱਕ ਜਿਹੜੀ ਵੱਡੀ ਗੱਲ ਹੈ ਕਿ ਜਿਹੜੇ ਪੁਲਿਸ ਵਾਲੇ ਆ ਉਹਨਾਂ ਦੇ ਉੱਤੇ ਵੀ ਕੋਈ ਕਾਰਵਾਈ ਡਿਸਪਲਿਨਰੀ ਐਕਸ਼ਨ ਲਿਆ ਜਾਏਗਾ ਜਿਨ੍ਹਾਂ ਨੇ ਆਪਣੀ ਡਿਊਟੀ ਦੀ ਕੁਤਾਹੀ ਕੀਤੀ। ਵੱਖ-ਵੱਖ ਸਿੱਖ ਜਥੇਬੰਦੀਆਂ ਆਮ ਲੋਕਾਂ ਦੀ ਰਾਏ ਹੈ ਕਿ ਪੁਲਿਸ ਨੂੰ ਐਕਸ਼ਨ ਲੈਣਾ ਚਾਹੀਦਾ ਹੈ, ਪਰ ਇਹ ਹੁਣ ਪੁਲਿਸ ਕੀ ਕਰਦੀ ਹੈ ਇਹ ਪੁਲਿਸ ਕਮਿਸ਼ਨਰ ਬੈਟਰ ਦੱਸ ਸਕਦੇ ਨੇ। ਠੀਕ ਹੈ, ਠੀਕ ਹੈ। ਤੇ ਕਰਨ ਜੀ, ਇੱਕ ਜਿਹੜੀ ਦੂਸਰੀ ਘਟਨਾ ਜਿਹੜੀ ਇੰਗਲੈਂਡ ਦੀ ਖਬਰ ਆਈ ਹੈ ਜਿਸ ਦੀ ਤੁਸੀਂ ਵੇਖੀ ਵੀ ਹੈ, ਉਹਦੇ ਉੱਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਮੈਨੂੰ ਤਾਂ ਕਈ ਵਾਰ ਬੜੀ ਹੈਰਾਨੀ ਆਉਂਦੀ ਹੈ ਕਿ ਅਸੀਂ ਕਿੱਥੋਂ ਕਿੱਥੇ ਚਲੇ ਗਏ ਆ। ਇੱਕ ਪਾਸੇ ਅਸੀਂ ਜਿੱਥੇ ਜਾਂਦੇ ਆ ਗੁਰਦੁਆਰਾ ਵੀ ਅਸੀਂ ਜ਼ਰੂਰ ਬਣਾਉਂਦੇ ਆ, ਅਸੀਂ ਗੁਰਦੁਆਰੇ ਦੇ ਵਿੱਚ ਜਾ ਕੇ ਮੱਥਾ ਵੀ ਜ਼ਰੂਰ ਟੇਕਦੇ ਆ, ਗੁਰਪੁਰਬ ਵੀ ਮਨਾਉਂਦੇ ਆ, ਦਿਨ ਦਿਹਾੜੇ ਵੀ ਮਨਾਉਂਦੇ ਆ, ਪਰ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖਿਆ ਹੈ ਉਹਨੂੰ ਨਾ ਪੜ੍ਹਨ ਦੀ ਕੋਸ਼ਿਸ਼ ਕਰਦੇ ਆ, ਨਾ ਉਹਨੂੰ ਆਪਣੇ ਜੀਵਨ ਵਿੱਚ ਢਾਲਣ ਦੀ ਕੋਸ਼ਿਸ਼ ਕਰਦੇ ਆ। ਗੁਰਬਾਣੀ ਦੇ ਵਿੱਚ ਬੜਾ ਸਪਸ਼ਟ ਲਿਖਿਆ ਹੋਇਆ ਹੈ ਕਿ ਜਿਸ ਵਸਤੂ ਦੇ ਨਾਲ ਤੁਸੀਂ ਆਪਣੇ ਆਪ ਵਿੱਚ ਨਹੀਂ ਰਹਿ ਜਾਂਦੇ ਉਸ ਵਸਤੂ ਦਾ ਸੇਵਨ ਨਹੀਂ ਕਰਨਾ ਚਾਹੀਦਾ। ਹੁਣ ਤੰਬਾਕੂ ਤਾਂ ਚਲੋ ਬਜਰ ਕੁਰੈਤ ਐਲਾਨੀ ਹੈਗੀ ਹੈ, ਪਰ ਸ਼ਰਾਬ ਬਾਰੇ ਜੇ ਕੋਈ ਕਹਿਣ ਕਿ ਵੀ ਇਹਦਾ ਲਾਇਸੈਂਸ ਹੈ ਤਾਂ ਇਹੋ ਜਿਹੀ ਤਾਂ ਕੋਈ ਗੱਲ ਹੈ ਨਹੀਂ। ਫਿਰ ਇੰਗਲੈਂਡ ਦੇ ਵਿੱਚ ਉਸ ਕਲਚਰ ਦੇ ਵਿੱਚ ਕ੍ਰਿਸਚੀਅਨਿਟੀ ਦੇ ਵਿੱਚ ਵਾਈਨ ਉਹਨਾਂ ਦੇ ਕਲਚਰ ਦਾ ਇੱਕ ਹਿੱਸਾ ਹੈ, ਪਰ ਉਹ ਸਾਡੇ ਕਲਚਰ ਦਾ ਹਿੱਸਾ ਨਹੀਂ ਹੈ ਔਰ ਨਾ ਹੀ ਕੋਈ ਇਹੋ ਜਿਹੀ ਉਹਨੂੰ ਸੈਂਕਸ਼ਨ ਹੈ ਜੀ। ਤੇ ਗੁਰਦੁਆਰਿਆਂ ਦੇ ਵਿੱਚ ਇੱਕ ਪਾਸੇ ਉਹਨੂੰ ਰਿਲੀਜੀਅਸ ਪਲੇਸ ਕਹਿਣਾ, ਗੁਰਦੁਆਰੇ ਦੀ ਅਗਰ ਰਜਿਸਟ੍ਰੇਸ਼ਨ ਵੀ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਹੈ, ਤੇ ਐਸੇ ਪਾਵਨ ਸਥਾਨ ਦੇ ਉੱਪਰ ਇਹ ਕਹਿਣਾ ਕਿ ਵੀ ਇੱਥੇ ਬਾਰ ਹੋਣੀ ਚਾਹੀਦੀ ਹੈ ਜਾਂ ਸ਼ਰਾਬ ਪੀਣ ਦੀ ਆਗਿਆ ਹੋਣੀ ਚਾਹੀਦੀ ਹੈ, ਆਪਣੇ ਆਪ ਦੇ ਵਿੱਚ ਬਹੁਤ ਹਾਸੋਹੀਣੀ ਗੱਲ ਹੈ। ਕਿਉਂਕਿ ਅਸੀਂ ਕਿਹੜੇ ਕਲਚਰ ਦੀ ਗੱਲ ਕਰ ਰਹੇ ਹਾਂ? ਜੇ ਅਸੀਂ ਸਿੱਖਾਂ ਦੇ ਨਿਵੇਕਲੇਪਨ ਦੀ ਗੱਲ ਕਰ ਰਹੇ ਹਾਂ, ਤੇ ਨਿਵੇਕਲਾਪਨ ਕਿੱਥੇ ਗਿਆ ਕਿ ਜੇ ਅਸੀਂ ਭੀੜ ਦੇ ਵਿੱਚ ਗਾਇਬ ਹੋ ਜਾਣਾ, ਜੇ ਅਸੀਂ ਜੋ ਸਾਡਾ ਵਾਤਾਵਰਨ ਹੈ ਉਸੇ ਵਿੱਚ ਹੀ ਰਹਿ ਜਾਣਾ। ਜਦੋਂ ਸਿੱਖ ਧਰਮ ਦੀ ਗੁਰੂ ਸਾਹਿਬ ਨੇ ਸਾਨੂੰ ਸਿੱਖ ਧਰਮ ਬਾਰੇ ਦੱਸਿਆ ਤੇ ਸਿੱਖੀ ਨਿਕਲੀ ਤਾਂ ਉਸ ਮੁਸਲਮਾਨ ਵਾਤਾਵਰਨ ਦੇ ਵਿੱਚੋਂ ਹੈ ਨਾ, ਜਿੱਥੇ ਕਿ ਬੜੀ ਕੱਟੜਪੰਥੀ ਹੈਗੀ ਸੀ, ਔਰ ਉਸ ਕੱਟੜਪੰਥੀ ਦੇ ਵਿੱਚੋਂ ਵੀ ਜ਼ਬਰ ਜ਼ੁਲਮ ਦੀ ਸਿਆ, ਪਰ ਜਿਹੜਾ ਦੂਸਰਾ ਅਨਮਤੀ ਹੈ ਉਹਦਾ ਪ੍ਰਭਾਵ ਨਹੀਂ ਕਬੂਲ ਕੀਤਾ। ਤੇ ਅੱਜ ਆਪਣਾ ਖੁਸ਼ੀ ਆਪਣੇ ਗੁਰਦੁਆਰੇ ਦੇ ਵਿੱਚ ਅਨਮਤੀਆਂ ਦਾ ਪ੍ਰਭਾਵ ਸਿਰਫ ਕਬੂਲ ਨਹੀਂ ਕਰਨਾ, ਉਹਨੂੰ ਲਾਗੂ ਕਰਾਉਣਾ ਵੀ ਇੱਕ ਬਹੁਤ ਹੀ ਪਿਛਾਂ ਖਿੱਚੂ ਕਦਮ ਹੈ ਜੀ। ਕਿਉਂਕਿ ਇੱਕ ਸੋਸ਼ਲੀ ਆਮ ਤੌਰ ਤੇ ਲੋਕ ਕਹਿੰਦੇ ਨੇ ਕਿ ਜੇ ਸੋਸ਼ਲ ਡਰਿੰਕਿੰਗ ਹੈ, ਸੋਸ਼ਲ ਡਰਿੰਕਿੰਗ ਦੇ ਅੱਗੇ ਅਸੀਂ ਕਲਚਰ ਦੇ ਵਿੱਚ ਦੇਖ ਲਈਏ ਕੀ ਹੁੰਦਾ ਹੈ, ਜਿੱਥੇ ਪੱਛਮ ਦੇ ਵਿੱਚ ਤਾਂ ਲੜਕੀਆਂ ਇਸਤਰੀਆਂ ਵੀ ਉਸੇ ਤਰ੍ਹਾਂ ਡਰਿੰਕ ਕਰ ਰਹੀਆਂ ਜਿਸ ਤਰ੍ਹਾਂ ਬੰਦੇ ਕਰ ਰਹੇ ਨੇ, ਔਰ ਜਦੋਂ ਤੁਸੀਂ ਆਪਣੇ ਹੋਸ਼ ਵਿੱਚ ਨਹੀਂ ਰਹਿੰਦੇ ਫਿਰ ਤੁਸੀਂ ਉਹ ਵੀ ਗੱਲਾਂ ਕਰਦੇ ਹੋ ਕਿ ਜਿਹੜੀਆਂ ਕਿ ਸਿੱਖੀ ਦੇ ਵਿੱਚ ਪ੍ਰਵਾਨਿਤ ਨਹੀਂ ਹਨ। ਪਰ ਇਸ ਦੇ ਵਿੱਚ ਜੀ ਇਹ ਪਹਿਲਾ ਸਟੈਪ ਹੈ ਬੰਦੇ ਨੂੰ ਗਲਤ ਪਾਸੇ ਲਿਜਾਣ ਦਾ ਜੀ। ਇਸ ਦੇ ਉੱਤੇ ਕਿਰਨ ਜੀ ਥੋੜਾ ਜਿਹਾ ਹੋਰ ਅਸੀਂ ਤੁਹਾਡੇ ਨਾਲ ਚਾਹਾਂਗੇ, ਤੁਸੀਂ ਸਾਡੇ ਨਾਲ ਬਣੇ ਰਹੋ, ਪਰ ਮੁੱਖ ਸਵਾਲ ਇਹ ਆਏਗਾ ਕਿ ਇਹ ਸਾਡੇ ਕੌਮੀ ਧੁਰੇ ਤੋਂ ਬਗਾਵਤ ਹੈ ਜਾਂ ਕੌਮੀ ਧੁਰੇ ਦੀ ਕਮਜ਼ੋਰੀ ਹੈ
ਕਿ ਜਿਹੜੀ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਜਾਂ ਸਾਰੀ ਕੌਮ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਸਾਰੇ ਕੌਮ ਦਾ ਨਿਸ਼ਾਨਾ ਇੱਕ ਹੋਣਾ ਚਾਹੀਦਾ, ਉਸ ਦੇ ਉੱਤੇ ਬੜੀ ਵੱਡੀ ਚੋਟ ਹੈ। ਤਾਂ ਕੀ ਕੌਮੀ ਧੁਰੇ ਦੀ ਕਮਜ਼ੋਰੀ ਹੈ ਜਾਂ ਉਹਨਾਂ ਵੱਲੋਂ ਬਗਾਵਤ ਹੈ? ਇੱਕ ਛੋਟੇ ਜਿਹੇ ਵਕਫੇ ਦੇ ਬਾਅਦ ਇਸ ਛੋਟੇ ਜਿਹੇ ਸਵਾਲ ਦਾ ਜਵਾਬ ਤੁਹਾਡੇ ਕੋਲ ਲੈਣਾ ਚਾਹਾਂਗੇ, ਪਰ ਇੱਕ ਵਕਫੇ ਦੇ ਬਾਅਦ ਤੁਸੀਂ ਕਿਰਪਾ ਕਰਕੇ ਲਾਈਨ ਤੇ ਬਣੇ ਰਹੋ। ਗਿਰ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਾ ਜਨਾਂ ਦਾ ਵਕਫੇ ਦੇ ਬਾਅਦ ਨਿੱਘਾ ਸਵਾਗਤ ਹੈ। ਸਾਡੇ ਨਾਲ ਬੀਬੀ ਕਿਰਨਜੋਤ ਕੌਰ ਅੰਮ੍ਰਿਤਸਰ ਸਾਹਿਬ ਤੋਂ ਜੁੜੇ ਹੋਏ ਹਨ। ਤੇ ਕਿਰਨ ਜੀ, ਤੁਸੀਂ ਦੱਸ ਰਹੇ ਸੀਗੇ ਕਿ ਜਿਹੜੀ ਇੰਗਲੈਂਡ ਦੇ ਗੁਰਦੁਆਰਾ ਕਮੇਟੀ ਨੇ ਜਿਹੜੀ ਇੱਕ ਪ੍ਰਪੋਜ਼ਲ ਦਿੱਤੀ ਹੈ, ਗੁਰਦੁਆਰਾ ਸਾਹਿਬ ਦੇ ਵਿੱਚ ਬਾਰ ਬਣਾਈ ਜਾਏ, ਔਰ ਲੈਮਿੰਗਟਨ ਐਂਡ ਵਾਰਵਿਕ ਗੁਰਦੁਆਰਾ ਕਮੇਟੀ ਵੱਲੋਂ ਸਿੱਖ ਕਲਚਰਲ ਐਂਡ ਸਪੋਰਟਸ ਕਮਿਊਨਿਟੀ ਸੈਂਟਰ ਕਮੇਟੀ ਉਹਨਾਂ ਦਾ ਨਾਂ ਹੈ, ਉਹਨਾਂ ਦੇ ਤੇ ਗੁਰਦੁਆਰਾ ਸਾਹਿਬ ਦੇ ਟਰਸਟੀਆਂ ਨੇ ਮਿਲ ਕੇ ਇਹ ਜਿਹੜੀ ਦਰਖਾਸਤ ਦਿੱਤੀ ਹੈ ਕਿ ਆਡੀਟੋਰੀਅਮ ਦੇ ਵਿੱਚ ਇੱਕ ਬਾਰ ਖੋਲ੍ਹੀ ਜਾਏ ਜਿਹੜੀ ਕਿ ਸ਼ਾਮ ਨੂੰ ਕਮਿਊਨਿਟੀ ਦੇ ਕੰਮ ਵਾਸਤੇ ਆ ਸਕੇ। ਸਿੱਖ ਰਹਿਤ ਮਰਿਆਦਾ ਦੀ ਸਪਸ਼ਟ ਤੌਰ ਦੇ ਉੱਤੇ ਉਲੰਘਣਾ ਹੈ, ਭਾਵੇਂ ਕਿਸੇ ਹੋਰ ਕਮਿਊਨਿਟੀ ਦਾ ਹੋਏ ਜਾਂ ਨਾ ਹੋਏ। ਇਹਦੇ ਵਿੱਚ ਕਲਚਰਲ ਨਹੀਂ ਬਲਕਿ ਸਿੱਧੇ ਹੀ ਧਾਰਮਿਕ ਅਸਥਾਨ ਦੇ ਉੱਤੇ ਧਰਮ ਦੀ ਉਲੰਘਣਾ ਹੈ। ਕੀ ਤੁਹਾਨੂੰ ਲੱਗਦਾ ਹੈ ਕਿ ਜਿਹੜਾ ਸਾਡਾ ਧੁਰਾ ਹੈ ਉਹ ਇਸ ਦੇ ਉੱਤੇ ਕੋਈ ਕਾਰਵਾਈ ਕਰ ਸਕੇਗਾ ਜਾਂ ਬਿਲਕੁਲ ਇਰੈਲੇਵੈਂਟ ਹੋ ਚੁੱਕਾ ਹੈ? ਔਰ ਦੂਸਰੇ ਪਾਸੇ ਜਿਹੜੇ ਬਾਹਰ ਬੈਠੇ ਹੈ ਉਹ ਸਮਝਦੇ ਹੈ ਕਿ ਅਸੀਂ ਕਿਸੇ ਨੂੰ ਵੀ ਜਵਾਬ ਦੇ ਨਹੀਂ, ਕਿਉਂਕਿ ਇਹ ਕਿਸਮ ਦਾ ਟੈਸਟ ਕੇਸ ਹੋਏਗਾ ਜਿਹਦਾ ਆਉਣ ਵਾਲੇ ਸਮੇਂ ਦੇ ਵਿੱਚ ਪੂਰੀ ਦੀ ਪੂਰੀ ਕਮਿਊਨਿਟੀ ਦੇ ਅਸਰ ਪਏਗਾ। ਤੁਸੀਂ ਸ਼੍ਰੋਮਣੀ ਕਮੇਟੀ ਨਾਲ ਵੀ ਜੁੜੇ ਹੋ, ਧੁਰੇ ਨਾਲ ਵੀ ਜੁੜੇ ਹੋ, ਇਸ ਦਾ ਉਸ ਪੱਧਰ ਦੇ ਉੱਤੇ ਤੁਹਾਨੂੰ ਕੀ ਅਸਰ ਨਜ਼ਰ ਆਉਂਦਾ? ਕਿਸੇ ਹੱਦ ਤੱਕ ਤਾਂ ਤੁਹਾਡੀ ਗੱਲ ਠੀਕ ਹੈ ਕਿ ਵਿਦੇਸ਼ਾਂ ਵਿੱਚ ਰਹਿੰਦੇ ਕੁਝ ਸਿੱਖ ਅਜਿਹੇ ਹਨ ਜਿਨ੍ਹਾਂ ਦੇ ਵਿੱਚ ਫੁਦਰਾਪਨ ਆ ਗਿਆ, ਔਰ ਕੁਝ ਮੁੱਦੇ ਅਜਿਹੇ ਵੀ ਹਨ ਜਿਨ੍ਹਾਂ ਨੂੰ ਅਕਾਲ ਤਖਤ ਸਾਹਿਬ ਤੋਂ ਸਹੀ ਤਰੀਕੇ ਦੇ ਨਾਲ ਹੈਂਡਲ ਨਹੀਂ ਕੀਤਾ ਗਿਆ, ਔਰ ਉਹਦੇ ਨਾਲ ਲੋਕਾਂ ਨੇ ਆਪਣੀ ਅਸਹਿਮਤੀ ਵੀ ਦਿਖਾਈ ਹੈ, ਜਿਸ ਦੇ ਨਾਲ ਕਿ ਜੋ ਇੱਥੋਂ ਅਕਾਲ ਤਖਤ ਸਾਹਿਬ ਤੋਂ ਆਦੇਸ਼ ਹੋਇਆ ਉਹਨੂੰ ਕਈ ਵਾਰ ਨਜ਼ਰਅੰਦਾਜ਼ ਵੀ ਕੀਤਾ ਗਿਆ। ਇਹ ਦੋਨੋਂ ਗੱਲਾਂ ਹੈਗੀਆਂ, ਪਰ ਇੱਕ ਗੱਲ ਜੋ ਹੁਣ ਸਮੇਂ ਦੇ ਨਾਲ ਮਹਿਸੂਸ ਕੀਤੀ ਜਾ ਰਹੀ ਹੈ ਕਿ ਅਕਾਲ ਤਖਤ ਸਾਹਿਬ ਤੇ ਜਿੰਨਾ ਜ਼ਿਆਦਾ ਹੁਣ ਐਕਟਿਵਿਜ਼ਮ ਹੋ ਗਿਆ, ਜਿੰਨੀ ਸੰਦੇਸ਼ ਦੇਣ ਦੀ ਜਾਂ ਹੁਕਮਨਾਮੇ ਦੇਣ ਦੀ ਰਫਤਾਰ ਵੱਧ ਗਈ ਹੈ, ਉਹਨਾਂ ਹੀ ਇਹ ਕਈ ਵਾਰ ਅਕਾਲ ਤਖਤ ਸਾਹਿਬ ਦੇ ਫੈਸਲੇ ਜਿਹੜੇ ਹੈਗੇ ਨੇ ਉਹ ਇੱਕ ਕੰਟਰੋਵਰਸੀ ਦਾ ਮੁੱਦਾ ਬਣ ਜਾਂਦੇ ਨੇ। ਮੇਰੀ ਸੋਚ ਦੇ ਅਨੁਸਾਰ ਜਿਹੜੇ ਅਕਾਲ ਤਖਤ ਸਾਹਿਬ ਦੇ ਸਥਾਨ ਤੇ ਬੈਠ ਕੇ ਮੁੱਦੇ ਵਿਚਾਰੇ ਜਾਣੇ ਚਾਹੀਦੇ ਨੇ ਉਹ ਕੇਵਲ ਸਿਧਾਂਤਾਂ ਨਾਲ ਸੰਬੰਧਿਤ ਹੋਣੇ ਚਾਹੀਦੇ ਜੀ। ਇਹ ਤਾਂ ਚੌਕੇ ਮੁੱਦਾ ਬਿਲਕੁਲ ਸਿਧਾਂਤਕ ਹੈ। ਇਸ ਦੇ ਉੱਤੇ ਤੁਹਾਨੂੰ ਲੱਗਦਾ ਹੈ ਕਿ ਕੋਈ ਕਾਰਵਾਈ ਹੋ ਸਕੇਗੀ ਔਰ ਇਸ ਦਾ ਕੋਈ ਪ੍ਰਭਾਵੀ ਅਸਰ ਪਏਗਾ? ਅਕਾਲ ਤਖਤ ਸਾਹਿਬ ਵੱਲੋਂ ਅਗਰ ਉਹਨਾਂ ਦੀ ਇਸ ਬਾਰੇ ਆਗਿਆ ਲੈਣ ਦੀ ਗੱਲ ਕੀਤੀ ਗਈ ਹੈ ਤੇ ਉਹ ਤਾਂ ਜੋ ਵੀ ਸਿਧਾਂਤਕ ਉਹਦੇ ਬਾਰੇ ਡਿਸੀਜਨ ਹੋਏਗਾ ਅਕਾਲ ਤਖਤ ਸਾਹਿਬ ਵੱਲੋਂ ਦਿੱਤਾ ਜਾਏਗਾ, ਉਹਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਔਰ ਅਜਿਹੇ ਕੰਮ ਦੀ ਪ੍ਰਵਾਨਗੀ ਨਹੀਂ ਦਿੱਤੀ ਜਾ ਸਕਦੀ। ਤੇ ਤੁਹਾਨੂੰ ਲੱਗਦਾ ਸਥਾਨਕ ਕਮਿਊਨਿਟੀ ਜਿਹੜੀ ਉੱਥੇ ਦੀ ਸਥਾਨਕ ਕਮਿਊਨਿਟੀ ਹੈ ਉਹ ਇਸ ਨੂੰ ਪ੍ਰਵਾਨ ਕਰੇਗੀ ਜਾਂ ਉਹਨਾਂ ਦੇ ਵਿੱਚ ਫਿਰ ਇੱਕ ਹੋਰ ਦੁਬਿਧਾ ਤੇ ਦੀਵਾਰ ਖੜੀ ਹੋ ਜਾਏਗੀ? ਦੇਖੋ, ਇਹ ਜਿਹੜਾ ਮੁੱਦਾ ਹੈ ਇਹ ਕੋਈ ਝਗੜੇ ਵਾਲਾ ਮੁੱਦਾ ਨਹੀਂ ਹੈ, ਇਹ ਬੇਸਿਕ ਸਿੱਖ ਸਿਧਾਂਤਾਂ ਨਾਲ ਜੁੜਿਆ ਹੋਇਆ ਮੁੱਦਾ ਹੈ ਜੀ। ਔਰ ਇਹ ਅਗਰ ਸਿੱਖ ਸਿਧਾਂਤਾਂ ਦੇ ਵਾਸਤੇ ਕੋਈ ਦਿਸ਼ਾ ਜਾਂ ਕੋਈ ਨਿਰਦੇਸ਼ ਲੈਣ ਵਾਸਤੇ ਉਹਨਾਂ ਨੇ ਅਕਾਲ ਤਖਤ ਤੇ ਦਫ਼ਤਰ ਤੱਕ ਪਹੁੰਚ ਕੀਤੀ ਹੈ ਤਾਂ ਉਹ ਜੋ ਵੀ ਫੈਸਲਾ ਹੁੰਦਾ ਹੈ ਫਿਰ ਉਹਨਾਂ ਨੂੰ ਮੰਨਣਾ ਚਾਹੀਦਾ ਠੀਕ ਕਿ ਜੇ ਕਮਿਊਨਿਟੀ ਹਾਲ ਬਣਾਉਣਾ ਹੈਗਾ ਤੇ ਉਹ ਤਾਂ ਜਿੱਥੇ ਮਰਜ਼ੀ ਬਣਾਉਣ, ਉਹਦੇ ਬਾਰੇ
ਕੋਈ ਆਬਜੈਕਟ ਨਹੀਂ ਕਰ ਸਕਦਾ, ਪਰ ਜਿੱਥੇ ਗੁਰਦੁਆਰੇ ਦੀ ਪ੍ਰਾਪਰਟੀ ਹੈ, ਗੁਰਦੁਆਰੇ ਦੀ ਹੱਦ ਹੈ, ਗੁਰਦੁਆਰੇ ਦੀ ਹੱਦ ਵਿੱਚ ਅਜਿਹਾ ਕਰਨਾ ਕਿਸੇ ਵੀ ਤਰੀਕੇ ਐਕਸੈਪਟੇਬਲ ਨਹੀਂ ਹੈ, ਜਾਇਜ਼ ਨਹੀਂ ਹੈ। ਠੀਕ ਹੈ, ਠੀਕ ਹੈ। ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਸਮਾਂ ਦੇਣ ਲਈ ਔਰ ਇਸ ਮੁੱਦੇ ਦੇ ਉੱਤੇ ਗੱਲਬਾਤ ਕਰਨ ਲਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਪਿਆਰੇ ਦਰਸ਼ਕੋ, ਇਹ ਸਨ ਬੀਬੀ ਕਿਰਨਜੋਤ ਕੌਰ, ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਜਨਰਲ ਵੀ ਰਹਿ ਚੁੱਕੇ ਹਨ ਔਰ ਜਿਹੜੇ ਕਿ ਉਹਨਾਂ ਸਾਰੀਆਂ ਕਾਰਵਾਈਆਂ ਦੇ ਵਿੱਚ ਸ਼ਾਮਲ ਵੀ ਹੁੰਦੇ ਰਹੇ ਹਨ ਔਰ ਉਮੀਦ ਹੈ ਕਿ ਇਸ ਮਸਲੇ ਨੂੰ ਵੀ ਠੀਕ ਤਰੀਕੇ ਦੇ ਨਾਲ ਮਰਿਆਦਾ ਦੇ ਮੁਤਾਬਕ ਨਜਿੱਠਿਆ ਜਾਏਗਾ। ਸਮਾਂ ਹੈ ਇੱਕ ਛੋਟੇ ਜਿਹੇ ਵਕਫੇ ਦਾ, ਉਹਦੇ ਬਾਅਦ ਮੁੜ ਹਾਜ਼ਰ ਹੁੰਨੇ ਹਾਂ। ਤੁਸੀਂ ਆਪਣੇ ਵਿਚਾਰ ਵੀ ਦੇ ਸਕਦੇ ਹੋ ਸਟੂਡੀਓ ਦੇ ਦਿੱਤੇ ਹੋਏ ਨੰਬਰਾਂ ਦੇ ਉੱਤੇ ਫੋਨ ਕਰਕੇ 516 825 0006 ਦੇ ਉੱਤੇ। ਗੈਟ ਪੰਜਾਬੀ ਦੇ ਦਾਨਸ਼ਵਰ ਦਰਸ਼ਕਾਂ ਤੇ ਸੁਚੇਤ ਸਰੋਤਾ ਜਨਾਂ ਦਾ ਵਕਫੇ ਦੇ ਬੰਦੇ ਦਾ ਸਵਾਗਤ ਹੈ। ਤੁਸੀਂ ਆਪਣੇ ਵਿਚਾਰ ਜ਼ਰੂਰ ਦਿਓ 516 825 0006 ਦੇ ਉੱਤੇ। ਹੈਲੋ, ਹਾਂਜੀ, ਕੌਣ ਬੋਲ ਰਹੇ ਜੀ, ਕਿੱਥੋਂ ਬੋਲ ਰਹੇ? ਵਾਹਿਗੁਰੂ ਜੀ ਕੀ ਫਤਿਹ। ਕੌਣ ਬੋਲ ਰਹੇ ਜੀ, ਕਿੱਥੋਂ? ਅਵਤਾਰਾ ਸਿੰਘ ਬੋਲਦਾ ਹਾਂ ਕੈਲੀਫੋਰਨੀਆ ਟੋਟਲੇ ਤੋਂ। ਜੀ ਭਾਈ ਸਾਹਿਬ, ਹਾਂਜੀ ਹੁਕਮ ਕਰੋ, ਕੀ ਕਹਿਣਾ ਚਾਹੁੰਦੇ? ਅਰਜ਼ ਕਰਨੀ ਚਾਹੁੰਦੇ ਮਹਾਰਾਜ ਜੀ, ਅਰਜ਼ ਇਹ ਆ ਵੀ ਜਿੱਦਾਂ ਆਪਣੇ ਬਾਹਰ ਦਾ ਤੁਸੀਂ ਕਿਹਾ ਅੰਗਲੈਂਡ ਦੇ ਬਾਹਰ ਖੁੱਲਣ ਲੱਗੀ ਆ ਜੀ, ਉਹਦੇ ਵਾਸਤੇ ਮੈਂ ਹਾਂਜੀ 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 ਇਹ ਗੱਲ ਕਰ ਰਿਹਾ ਜਿੱਦਾਂ ਬਾਹਰ ਖੁੱਲਦੀ ਹੈ ਤਾਂ ਆਪਣੇ ਪਹਿਲਾਂ ਮਨ ਨੂੰ ਸਾਫ਼ ਕਰਨਾ ਚਾਹੀਦਾ, ਸਾਰੀ ਸੰਗਤ ਨੂੰ ਨਹੀਂ ਖੁੱਲਣੀ ਚਾਹੀਦੀ ਬਾਹਰ ਜੀ, ਬਾਹਰ ਬਹੁਤ ਮਾੜੀ ਗੱਲ ਹੈ ਜੀ ਜੀ। ਬਾਕੀ ਤੁਹਾਨੂੰ ਪਤਾ ਪਹਿਲਾਂ ਮਨ ਨੂੰ ਸਾਫ਼ ਕਰੋ, ਫਿਰ ਉੱਤੋਂ ਦੂਸਰਾ ਕਰਕੇ ਬਾਕੀ ਇਹ ਨਹੀਂ ਕਹਿੰਦੇ ਬਾਹਰ ਖੁੱਲਦੇ ਕਰਨਗੇ। ਇਹ ਬਹੁਤ ਮਾੜੀ ਗੱਲ ਹੈ, ਨਹੀਂ ਖੁੱਲਣੀ ਚਾਹੀਦੀ, ਇਤਿਹਾਸ ਦਾ ਬਹੁਤ ਨਾਮ ਬਦਨਾਮ ਹੋ ਰਿਹਾ ਜੀ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਤੁਹਾਡੇ ਵਿਚਾਰਾਂ ਦਾ। ਓਕੇ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੈਲੋ ਹੈਲੋ ਹੈਲੋ, ਤੁਸੀਂ ਲਾਈਨ ਤੇ ਹੋ? ਕੌਣ? ਹੈਲੋ, ਹਾਂਜੀ ਹਾਂਜੀ, ਤੁਸੀਂ ਗੱਲ ਕਰੋ, ਟੀਵੀ ਦੀ ਆਵਾਜ਼ ਬੰਦ ਕਰਕੇ ਕਰੋਗੇ ਤੁਹਾਡੀ ਆਵਾਜ਼ ਆਏ। ਕੌਣ ਬੋਲ ਰਹੇ ਜੀ? ਪ੍ਰਗਟ ਸਿੰਘ ਬਲ ਬੋਲਦਾ ਜੀ ਬਲ ਸਾਹਿਬ ਜੀ, ਆਇਆਂ ਨੂੰ ਬਹੁਤ ਤੁਹਾਡਾ ਧੰਨਵਾਦ ਤੇ ਤੁਹਾਡੇ ਟੀਵੀ ਚੈਨਲ ਦਾ ਹੀ, ਜਿਹੜੇ ਸਾਡੇ ਅੰਮ੍ਰਿਤਸਰ ਤੋਂ ਸਕੱਤਰ ਮੈਡਮ ਨੂੰ ਇੰਨੇ ਵਧੀਆ ਵਿਚਾਰਾਂ ਦੇ ਮਾਲਕ ਨੇ, ਜਿਨ੍ਹਾਂ ਨੂੰ ਰੂਬਰੂ ਕੀਤਾ ਹੈ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਜੀ, ਇਸ ਦੇ ਬਾਰੇ ਕੋਈ ਜਿਹੜਾ ਅਸੀਂ ਮੁੱਦਾ ਡਿਸਕਸ ਕਰ ਰਹੇ ਹਾਂ, ਕੁਝ ਕਹਿਣਾ ਚਾਹੁੰਦੇ ਹੋ? ਹਾਂਜੀ ਹਾਂਜੀ, ਜਿਹੜਾ ਤੁਸੀਂ ਅੰਮ੍ਰਿਤਸਰ 'ਚ ਵੇਖਿਆ, ਸਾਰੀ ਦੁਨੀਆ ਨੇ ਵੇਖਿਆ, ਕੋਈ ਅੱਜ ਪਹਿਲੇ ਦਿਨ ਹੀ ਹੋ ਰਿਹਾ ਹੈ ਤੇ ਹਰ ਸ਼ਹਿਰ 'ਚ ਹਰ ਗਲੀ 'ਚ ਹੋ ਰਿਹਾ। ਕੁਝ ਸ਼ਹਿਰ ਕਰਕੇ ਉਹ ਪ੍ਰੈਸ 'ਚ ਆ ਗਿਆ, ਵਰਨਾ ਪਿੰਡ 'ਚ ਹੁੰਦਾ ਤੇ ਉਦਾਂ ਹੀ ਦੱਬਿਆ ਜਾਣਾ ਹੈ ਜੀ। ਤੇ ਦੂਜੇ ਪਾਸੇ ਜਿਹੜਾ ਉਹ ਇੰਗਲੈਂਡ ਦਾ ਹੈਗਾ ਗੁਰਦੁਆਰਾ ਸਾਹਿਬ ਦੀ ਹਦੂਦ ਦੇ ਵਿੱਚ, ਬਾਹਰ ਵਾਲਿਆਂ ਦਾ ਤੇ ਰੱਬ ਹੀ ਰੱਖਾ। ਜਦੋਂ ਕਾਲ ਤਖਤ ਦੇ ਜਹੇਦਾਰਾਂ ਦਾ ਇਹ ਹਾਲ ਹੋਣ ਡਿਆ, ਪੱਗਾਂ ਲੱਥਣ ਡੀਆਂ, ਤੇ ਉੱਥੋਂ ਹੀ ਸਾਰੀ ਸੇਧ ਆਣੀ ਆ, ਉੱਥੋਂ ਹੀ ਸਾਰਾ ਜਿਹੜਾ ਕੌਮ ਨੂੰ ਸੰਦੇਸ਼ ਜਾਣਾ। ਤੇ ਤੁਸੀਂ ਦੱਸੋ ਵੀ ਉੱਥੋਂ ਦਰਵਾਜ਼ੇ ਲੱਥ ਗਏ ਆ ਦਰਬਾਰ ਸਾਹਿਬ ਦੇ, ਉਹਨਾਂ ਦਾ ਨਹੀਂ ਕੋਈ ਸੁੱਗ ਲੱਥਣ ਡਈ, ਤੇ ਜਦੋਂ ਢਾਂਚਾ ਹੀ ਸਾਰਾ ਵਿਗੜ ਗਿਆ, ਉਹਨਾਂ ਦਾ ਕੀ ਹੱਲ ਹੋਣਾ ਜੀ? ਇਹ ਤੇ ਦੋ ਲੈਣਾ ਤੁਹਾਨੂੰ ਮੈਂ ਸੁਣਾਉਣਾ ਜੀ। ਪ੍ਰਗਟ ਸਿੰਘ ਨੇ ਲਿਖੀਆਂ, ਮੈਂ ਤਾਂ ਨਹੀਂ, ਉਹ ਹੋਰ ਪ੍ਰਗਟ ਸਿੰਘ ਆ ਜੀ। ਮੰਜ਼ਿਲ ਦੇ ਉੱਤੇ ਕਿਵੇਂ ਪਹੁੰਚਣਗੇ ਰਾਹੀ, ਹਾਂਜੀ, ਮੰਜ਼ਿਲ ਤੇ ਜਾਂਦੇ ਉਹ ਰਾਹ ਵੇਖਿਆ, ਮੋੜਾਂ ਉੱਤੇ ਖੜੇ ਹੋਏ ਸਿਪਾਹੀਆਂ ਦਾ ਕੀ ਦੋਸ਼, ਜਦੋਂ ਸ਼ਹਿਰ ਵਾਲਾ ਖੁਦ ਸ਼ਹਿਨਸ਼ਾਹ ਵਿਕ ਗਿਆ। ਜਦੋਂ ਸਰਕਾਰ ਹੀ ਉੱਥੇ ਸਮਝ ਲਓ ਵੀ ਆਪਣੀ ਕੋਈ ਇਹਦਾ ਕਾਇਦਾ ਕਾਨੂੰਨ ਹੀ ਕੋਈ ਨੀ ਗਾ, ਜੰਗਲ ਰਾਜ ਆ, ਤੇ ਉਹ ਸਾਰੇ ਇੰਗਲੈਂਡ ਵੀ ਉਹੀ ਸੰਦੇਸ਼ ਜਾਂਦਾ ਵਾ ਤੇ ਪੰਜਾਬ 'ਚ ਵੀ ਉਹੀ ਵੇਖਣ ਦਾ ਜੀ। ਠੀਕ ਹੈ, ਠੀਕ ਹੈ, ਬਹੁਤ ਬਹੁਤ ਧੰਨਵਾਦ ਤੁਹਾਡਾ, ਸ਼ੁਕਰੀਆ। ਓਕੇ ਜੀ, ਥੈਂਕ ਯੂ। ਵਾਹਿਗੁਰੂ ਫਤਿਹ। ਹੈਲੋ ਹਾਂਜੀ, ਵਾਹਿਗੁਰੂ ਸਾਹਿਬ ਹੈ ਫਤਿਹ ਜੀ। ਜੀ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ 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 ਹਾਂਜੀ, ਹੁਕਮ ਸਾਹਿਬ ਜੀ। ਅਕਾਲ ਤਖਤ ਸਾਹਿਬ ਤੋਂ ਹੁਕਮ ਸੀ ਜੀ, ਜਿਨ੍ਹਾਂ ਦੇ ਘਰ ਬਾਹਰ ਹੈ ਹਾਂਜੀ, ਉਸ ਨੂੰ ਗ੍ਰੰਥ ਸਾਹਿਬ ਜੀ ਚੁੱਕਿਆ ਜਾਏਗਾ ਜੀ, ਠੀਕ ਹੈ ਜੀ। ਗੁਰਦੁਆਰਾ ਸਾਹਿਬ ਵਾਲੇ ਜਿਹੜੇ ਹਨ, ਉਹਨਾਂ ਨੂੰ ਕੀ ਅਕਾਲ ਸਾਹਿਬ ਦੀ ਗੱਲਬਾਤ ਸੁਣਾਈ ਨਹੀਂ ਦਿੱਤੀ ਸੀ ਜਿਹੜੀ ਉਹ ਕਹਿੰਦੇ ਕਿ ਬਾਹਰ ਅਸੀਂ ਬਣਾਉਣਾ ਚਾਹੁੰਦੇ ਹਾਂ? ਜੀ ਜੀ ਜੀ। ਇਹ ਨਹੀਂ ਪਤਾ ਕਿ ਗੁਰਦੁਆਰਾ ਖਤਮ ਹੋ ਜਾਏਗਾ, ਉੱਥੇ ਕਤਲੇਆਮ ਵੀ ਹੋ ਜਾਏਗਾ, ਜੇ ਵੀ ਤੁਹਾਨੂੰ ਦੱਸਿਆ। ਇਹ ਮੈਨੇਜਿੰਗ ਕਮੇਟੀ ਨੇ ਕਿਹਾ ਕਿ ਨਾ ਸੰਗਤ ਨੇ ਨਹੀਂ ਕਿਹਾ। ਹਾਂਜੀ,
ਹਾਂਜੀ ਉਹਦੇ ਨਾਲ ਬੜਾ ਫਰਕ ਪਏਗਾ। ਜਦ ਮੁਜਾਰਿਆ ਉਹਨਾਂ ਨੇ ਜੇ ਅਕਾਲ ਤਖਤ ਸਾਹਿਬ ਤੋਂ ਮਨਜ਼ੂਰੀ ਲਈ, ਉਹਨਾਂ ਸਿਰਫ ਕਮੇਟੀ ਹਾਲ ਦੀ ਲਈ ਸੀ, ਨਾ ਕਿ ਬਾਹਰ ਬਣਾਉਣ ਦੀ ਲਈ ਸੀ। ਹਾਂਜੀ ਠੀਕ ਹੈ ਕਮਿਊਨਿਟੀ ਹਾਲ ਦੀ ਆਡੀਟੋਰੀਅਮ ਸੀਗਾ ਜੀ। ਬਸ ਉਹ ਲਈ ਸੀ ਮਨਜ਼ੂਰੀ, ਕਿ ਨਾ ਕਿ ਬਾਹਰ ਵਿੱਚ ਰੱਖਣ ਦੀ ਕੋਈ ਲਈ ਨਹੀਂ ਸੀ। ਉਹਦੇ ਵਿਆਹ ਸ਼ਾਦੀਆਂ ਵਾਸਤੇ ਹਾਲ ਬਣਾ ਲੈਂਦਾ। ਹਾਂਜੀ ਪਰ ਉਹਦੇ ਬਾਹਰ ਦਾ ਉਹਨਾਂ ਕੁਐਸਚਨ ਨਹੀਂ ਉੱਥੇ ਕੀਤਾ ਸੀ। ਜੇ ਕੀਤਾ ਹੁੰਦਾ ਤਾਂ ਕਦੀ ਮਨਜ਼ੂਰੀ ਨਹੀਂ ਮਿਲਦੀ ਅਕਾਲ ਤਖਤ ਸਾਹਿਬ ਤੋਂ ਵੀ। ਠੀਕ ਹੈ ਬਹੁਤ ਤੁਹਾਡਾ ਧੰਨਵਾਦ ਹੈ ਤੁਹਾਡੇ ਵਿਚਾਰਾਂ ਦਾ। ਤੇ ਇਹ ਦੋ ਜਿਹੜੇ ਮਸਲੇ ਸੀ, ਔਰ ਜਿੱਥੋਂ ਅਸੀਂ ਗੱਲ ਸ਼ੁਰੂ ਕੀਤੀ ਸੀ, ਅੱਜ ਹੋਲੇ ਮਹੱਲੇ ਦਾ ਦਿਨ ਹੈ ਜਿਹੜਾ ਕਿ ਚੜ੍ਹਦੀ ਕਲਾ ਦਾ ਪ੍ਰਤੀਕ ਸੀ, ਜਿਸ ਦੇ ਲਈ ਕੀਤਾ, ਕਿਸ ਮਕਸਦ ਲਈ ਇਹ ਗੱਲ ਸ਼ੁਰੂ ਹੋਈ ਔਰ ਕਿੱਥੇ ਆ ਕੇ ਖ਼ਤਮ ਹੋ ਗਈ। ਇਸ ਦੇ ਲਈ ਜਿਹੜੀਆਂ ਕਵੀ ਨਿਹਾਲ ਸਿੰਘ ਨੇ ਖਾਲਸੇ ਦੇ ਹੋਲੇ ਦੇ ਬਾਰੇ ਜਿਹੜੀਆਂ 4 ਲਾਈਨਾਂ ਕਹੀਆਂ, ਉਹ ਬਹੁਤ ਹੀ ਕਮਾਲ ਦੀਆਂ ਹਨ ਕਿ ਜੋ ਉਸ ਵੇਲੇ ਆਮ ਪਰੰਪਰਾ ਸੀ, ਕਿਵੇਂ ਉਸ ਨੂੰ ਤਬਦੀਲ ਕਰ ਦਿੱਤਾ ਗਿਆ, ਕਿਵੇਂ ਬਦਲ ਦਿੱਤਾ ਗਿਆ। ਗੁਰੂ ਸਾਹਿਬ ਨੇ ਉਸ ਜਨਤਾ ਦੇ ਵਿੱਚੋਂ, ਉਹਨਾਂ ਹੀ ਕੰਕਰਾਂ ਦੇ ਵਿੱਚੋਂ ਕਿਵੇਂ ਉਹਨਾਂ ਨੇ ਹੀਰੇ ਬਦਲ ਕੇ ਰੱਖ ਦਿੱਤਾ। ਉਹਨਾਂ ਨੇ ਲਿਖਿਆ, ਔਰਨ ਕੀ ਆਰਤੀ ਸੋ ਆਰਤਾ ਅਕਾਲ ਜੂ ਕੋ। ਲੋਕਾਂ ਦੀ ਆਰਤੀ ਸੀ, ਪਰ ਇਹ ਆਰਤਾ ਹੋ ਗਿਆ, ਗੋਪਾਲ ਤੇਰਾ ਆਰਤਾ। ਔਰਨ ਕੀ ਆਰਤੀ ਸੋ ਆਰਤਾ ਅਕਾਲ ਜੂ ਕੋ, ਲੋਕਨ ਕੀ ਬੋਲੀ ਦੀਨ ਬੰਦ ਕੋ ਸੋ ਬੋਲਾ ਹੈ। ਲੋਕਾਂ ਦੀਆਂ ਬੋਲੀਆਂ ਸੀ, ਖਾਲਸੇ ਦੇ ਬੋਲੇ ਹੋ ਗਏ। ਅੰਬਿਕਾ ਕੜਾਹੀ ਮਹਾਰਾਜ ਜੀ ਕੋ ਹੈ ਕੜਾ, ਚੋਲੀ ਤੋਂ ਵਖਾਨੇ ਬਾਲ स्वामी को सो चोला है। चंडी ओ सवारी आम चंडा जो सवारा नाथ, चोली तो तमाम की सो खालसे को चोला है। देवी देव सिद्धन की लोक में प्रसिद्ध होली, श्री गुरु गोबिंद सिंह जी को आज होला है। सो ये सारियां बदली हो गईयां। आरती तो आरता हो गया, बोली तो बोला हो गया, चोली तो चोला हो गया, झंडियाँ तो झंडा हो गया। और ये जड़ा है देवी देव सिद्धन की लोक में प्रसिद्ध होली, श्री गुरु गोबिंद सिंह जी को आज होला है। सो होले महल्ले दी एक बार फिर वधाई सारियां नूं। और असी उन्हां परंपरावां नूं जिस दी खातर गुरु साहब ने ये सारा कुछ कीता, जिस होली दे बारे होली नूं होले विच तब्दील कीता, उहदे उत्ते सिर्फ 2-4 सतरां ਹਨ ਜਿਹੜੀਆਂ ਤੁਹਾਡੇ ਨਾਲ ਜ਼ਰੂਰ ਸਾਂਝੀਆਂ ਕਰਨੀਆਂ। ਸੰਮਤ 1757 ਦੀ ਹੋਲੀ ਆਈ, ਲਾਲ ਤੇ ਗੁਲਾਲ ਰੰਗ ਦੁਨੀਆ ਉਡਾਇਆ ਏ। ਪੀਆ ਦੇ ਪਿਆਰ ਸੰਗ ਸਖੀਆਂ ਨੇ ਪਰ ਕੇਵੜਾ ਗੁਲਾਬ ਤੇ ਗੁਲਾਲ ਛਿੜਕਾਇਆ ਏ। ਸਾਮਾਨ ਸਿੰਘ ਜੀ ਮਸਕੀਨ ਦੀ, ਜਿਨ੍ਹਾਂ ਦੀ ਤਸਵੀਰ ਅਸੀਂ ਤੁਹਾਨੂੰ ਵਿਖਾਣੀ ਚਾਹਾਂਗੇ ਨਾਲ। ਥਾਈਂ ਥਾਈਂ ਢੋਲ ਵੱਜੇ, ਜਗ੍ਹਾ ਜਗ੍ਹਾ ਨਾਚ ਹੋਏ, ਸਿਰ ਪੈਰਾਂ ਤੱਕ ਕਈ ਰੰਗਾਂ ਵਿੱਚ ਰੰਗਾਇਆ ਏ। ਕਈਆਂ ਨੇ ਮਿਲ ਕੇ ਸਿਆਹੀ ਕਾਲੇ ਮੂੰਹ ਕੀਤੇ, ਚੰਗੇ ਭਲੇ ਆਦਮੀ ਤੋਂ ਬਾਂਦਰ ਬਣਾਇਆ ਏ। ਦੁਨੀਆ ਏ ਹੋਲੀ ਖੇਡੀ, ਖਾਲਸੇ ਨੇ ਹੋਲਾ ਖੇਡ, ਸਾਰੇ ਸੰਸਾਰ ਤਾਈਂ ਸਬਕ ਏ ਸਿਖਾਇਆ ਏ। ਗੋਲੀਆਂ ਦੀ ਮਾਰ ਵਿੱਚ, ਤੋਪਾਂ ਦੀ ਚੰਗਾੜ ਵਿੱਚ 2-2 ਹਿੱਸੇ ਹੋ ਕੇ ਖੂਬ ਖੰਡਾ ਖੜਕਾਇਆ ਏ। ਕਾਇਰਤਾ ਨੂੰ ਛੱਡ ਕਰ ਗੱਜਣਾ ਮੈਦਾਨ ਵਿੱਚ, ਭੱਜਣਾ ਨਾ ਜੰਗ ਵਿੱਚੋਂ ਕਰਕੇ ਵਿਖਾਇਆ ਏ। ਮਰ ਜਾਣਾ ਚੰਗਾ ਮਸਕੀਨ ਦੇਸ਼ ਕੌਮ ਲਈ, ਗੁਰੂ ਜੀ ਗੋਬਿੰਦ ਸਿੰਘ ਹੋਲਾ ਇਉਂ ਮਨਾਇਆ ਹੈ। ਸੋ ਇਹ ਅੱਜ ਦੇ ਪ੍ਰੋਗਰਾਮ ਵਿੱਚ ਇਤਨਾ ਹੀ। ਤੁਸੀਂ ਆਪਣੇ ਵਿਚਾਰ ਜ਼ਰੂਰ ਦੇਣਾ। ਜਿਹੜੇ ਪੰਥਕ ਮਸਲੇ ਅਸੀਂ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ, ਉਹਨਾਂ ਨੂੰ ਕਿਵੇਂ ਕਿਸ ਤਰੀਕੇ ਦੇ ਨਾਲ ਕੀਤਾ ਜਾਏ, ਕਿਉਂਕਿ ਜੋ ਹਾਲਾਤ ਚੱਲ ਰਹੇ ਹਨ, ਇਸ ਤੋਂ ਜ਼ਾਹਿਰ ਹੁੰਦਾ ਹੈ ਕਿ ਸਾਰਾ ਕੁਝ ਆਪ ਖੁਦਰਾ ਜਿਹਾ ਹੋ ਰਿਹਾ ਹੈ। ਤੁਸੀਂ ਆਪਣੇ ਵਿਚਾਰ lamba@getpunjabi.tv ਦੇ ਉੱਤੇ ਜ਼ਰੂਰ ਦਿਓ। ਇੱਕ ਪ੍ਰੋਗਰਾਮ ਹੋਰ ਲੈ ਕੇ ਮੁੜ ਹਾਜ਼ਰ ਹੋਵਾਂਗੇ। ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।